ਸਾਡੇ ਵਪਾਰ ਦੇ ਵਿੱਚ ਸਭ ਤੋਂ ਵਧੀਆ ਵਾਈਟ ਕਲਰ ਠੱਗੀ ਚੱਲ ਰਹੀ ਹੈ। ਪਿਛਲੇ 3 ਸਾਲਾਂ ਤੋਂ 5 ਤੇ 6 ਬੰਦੇ ਕਰ ਚੁੱਕੇ ਆ ਔਰ ਜੇ ਤੁਸੀਂ ਗਿਣਤੀ ਕਰੋ ਨਾ ਘੱਟੋ ਘੱਟ ਕਰੋੜਾਂ 'ਚ ਠੱਗੀ ਹੋ ਚੁੱਕੀ ਹੈ। ਕੋਈ ਕਰੋੜਾਂ ਦੀ ਅਮਾਊਂਟ ਨਹੀਂ ਹੈ ਜੀ। ਹਾਂ, ਅਗਰ ਅੱਜ ਅਸੀਂ ਕਹੀਏ ਵੀ GST ਦੇ ਵਿੱਚ ਇਹਨਾਂ ਦੀ ਚੈਕਿੰਗ ਕਰਾਈ ਜਾਵੇ ਹੈ, ਇਹਨਾਂ ਨੂੰ ਕਿਹਾ ਵੀ GST ਜਿੰਨਾ ਭਰਿਆ ਅਸੀਂ ਦਿੱਤਾ ਤੁਹਾਨੂੰ 18%, ਉਹਦੀ ਰਸੀਦਾਂ ਦਿਖਾਓ ਕਿੱਥੇ ਭਰਿਆ ਤੁਸੀਂ ਹੈ, ਉਹ ਪਿਛਲੀ ਪਰਚੇਜ ਦਿਖਾਓ ਕਿੱਥੇ, 3B ਦਿਖਾਓ ਕਿੱਥੇ, ਉਹ ਹੱਥ ਪੱਲਾ ਨਹੀਂ ਫੜਾਉਂਦੇ। ਸਾਡੇ ਪੈਸੇ ਨਿਕਲਣੇ ਆ ਲੈਣੇ ਵਾਲੇ ਇਹਨਾਂ ਕੋਲ, ਅਸੀਂ ਜਿੰਨਾ ਅਸੀਂ GST ਇਹਨਾਂ ਨੂੰ ਦੇ ਚੁੱਕੇ ਹਾਂ। ਉਹ ਇਹ ਮੰਨ ਰਹੇ ਆ ਪੈਸੇ ਦੇਣੇ ਕਿ ਨਹੀਂ, ਉਹ ਮੰਨਣ ਜਾਂ ਨਾ ਮੰਨਣ, ਜਦ GST ਕਲੇਮ ਕੀਤਾ ਹੋਇਆ ਉਹਨਾਂ ਨੇ, ਬਿੱਲ ਉਹਨਾਂ ਨੂੰ ਗਏ ਹੋਏ, ਮਟੀਰੀਅਲ ਗਿਆ ਹੋਇਆ, ਉਹਨਾਂ ਦੀ ਪਹੁੰਚ ਸਾਡੇ ਕੋਲ ਹੈਗੀਆਂ ਨੇ। ਉਹ ਮੰਨਣ ਜਾਂ ਮੰਨਣ, ਸਬੂਤ ਸਾਡੇ ਕੋਲ ਨੇ ਕਿ ਮਾਲ ਸਾਡੇ ਡਿਸਪੈਚ ਹੋਏ ਹੋਏ ਨੇ, ਸਟੇਟਮੈਂਟ ਹੈਗੀ। ਅਸੀਂ ਜਦੋਂ ਪੈਸਿਆਂ ਵਾਸਤੇ ਅੱਗੇ ਦੇ ਅੱਗੇ ਅਪਰੋਚ ਕਰਨੀ, ਜਾਂ ਤਾਂ ਇਹਨਾਂ ਨੇ ਸਾਡੇ ਨਾਲ ਮਾੜਾ ਬਿਹੇਵ ਕਰਨਾ ਸ਼ੁਰੂ ਕਰ ਦੇਣਾ, ਗਾਲੀ ਗਲੋਚ। ਨਹੀਂ ਤਾਂ ਸੌਖਾ ਤਰੀਕਾ ਬਹੁਤ ਵਧੀਆ ਜੀ, ਕਮਿਸ਼ਨਰ ਸਾਹਿਬ ਕੋਲ ਪੇਸ਼ ਕੀਤਾ ਆਪਣੇ ਘਰ ਦੀ ਕਿਸੇ ਧੀ ਭੈਣ ਨੂੰ, ਕੰਪਲੇਂਟ ਲਿਖਾਤੀ ਜੀ ਕਿ ਸਾਡੇ ਘਰ ਆਏ ਸੀ ਜਾਂ ਸਾਡੇ ਦਫ਼ਤਰ ਆਏ ਸੀ, ਸਾਨੂੰ ਉਹਨਾਂ ਨੂੰ ਜਾਣ ਦਾ ਖਤਰਾ ਪੂਰੇ ਪਰਿਵਾਰ ਨੂੰ। ਅਸੀਂ ਸ਼ਿਕਾਇਤ ਇਹਨਾਂ ਤੋਂ ਪਹਿਲਾਂ ਅਸੀਂ ਦੇ ਚੁੱਕੇ ਕਮਿਸ਼ਨ ਨੂੰ ਸ਼ਿਕਾਇਤ ਕਿ ਇੱਦਾਂ ਦੇ ਬੰਦੇ ਸਾਨੂੰ ਪਰੇਸ਼ਾਨ ਕਰਦੇ ਨੇ ਜੀ, ਇਹ ਬੰਦੇ ਪਰੇਸ਼ਾਨ ਕਰਦੇ। ਕੋਈ ਸਾਡਾ ਫੈਕਟਰੀ ਦਾ ਕੰਮ ਲੌਸਿਸ ਹੋ ਗਿਆ ਕਰੋਨਾ ਕਾਰਨ, ਅਸੀਂ ਫਿਰ ਵੀ ਇਹਨਾਂ ਦਾ ਕੋਈ ਸਾਡਾ ਕੋਈ ਕੰਮ ਹੁੰਦਾ ਹਿਸਾਬ ਨਿਕਲ ਹਿਸਾਬ ਕਰਾਂਗੇ ਇਹਨਾਂ ਦਾ। ਜੇ ਇਹਨਾਂ ਕਰੋਨਾ ਕਾਲ 'ਚ ਘਾਟਾ ਪਿਆ, ਪੈਸਾ ਨਹੀਂ ਹੈ, ਇਹਨਾਂ ਦੀ ਬੈਲੈਂਸ ਸ਼ੀਟਾਂ ਕਢਾਓ ਇਹਨਾਂ ਦੀਆਂ ਬੈਲੈਂਸ ਸ਼ੀਟਾਂ, ਪਤਾ ਲੱਗ ਜੂ ਕਿੰਨਾ ਕਿ ਇਹਨਾਂ ਨੂੰ ਘਾਟਾ ਪਿਆ, ਕੀ ਹੋਇਆ। ਇਹਨਾਂ ਦੇ ਘਰ ਜਾਓ, ਘਰ ਜਾ ਕੇ ਦੇਖੋ ਇਹਨਾਂ ਦੇ ਘਰ, ਜੋ ਮੈਂ ਨਹੀਂ ਦੇਖੀ, ਕਹਿੰਦੇ 1200 ਗਜ ਦੀ ਕੋਠੀ ਆ ਅਗਰ ਨਗਰ 'ਚ, ਦੇਖ ਲਓ ਉੱਥੇ ਕੀ ਭਾਅ ਹੋਣਾ, ਕਿੰਨੇ ਕਰੋੜ ਦੀ ਕੋਠੀ ਹੋਣੀ। ਉਹ ਹੈਗੀਆਂ ਗੱਡੀਆਂ BMW ਮਰਸੀਡੀਜ਼ ਦੇ ਘੁੰਮਦੇ ਆ, ਕਦੀ ਕੈਨੇਡਾ, ਕਦੀ ਅਮਰੀਕਾ, ਕਦੀ ਫਲਾਣਾ, ਕਦੀ ਢਿੰਗੜਾ ਟ੍ਰਿਪ ਲਾਉਂਦੇ ਆ। ਸਾਡੇ ਪੈਸੇ ਦੇਣ ਨੂੰ ਨਹੀਂ ਹੈਗੇ ਬਸ। ਇਹ ਸਾਡੇ ਭਾਈ ਸਾਹਿਬ ਨੇ, ਇਹਨਾਂ ਨੇ 60 ਲੱਖ ਦੇ ਕਰੀਬ ਆ ਤੁਹਾਡਾ। ਇਹ ਮਤਲਬ ਕਿ ਇੰਨੇ ਕੁ ਜ਼ਿਆਦਾ ਡਿਪਰੈਸ਼ਨ 'ਚ ਚਲੇ ਗਏ ਸੀ। ਸਾਡੇ ਕੋਲ ਇੱਕ ਨਹੀਂ, ਸਾਡੇ ਕੋਲ 100 ਗਵਾਹ ਇਸ ਬੰਦੇ ਦਾ। ਇਹ ਬੰਦਾ ਕਹਿੰਦਾ ਜੀ ਮੈਂ ਸੁਸਾਈਡ ਕਰਨ ਚੱਲਾਂ। ਕੰਮ ਦੀ ਡੀਲਿੰਗ 3-4 ਸਾਲ ਤੋਂ ਚੱਲ ਰਹੀ ਹੈ ਨਨ ਮੰਗਲ ਨਾਲ ਜੀ। ਕਹਿੰਦੇ ਜੀ ਪੈਸੇ ਰੋਕ ਲੈਂਦੇ ਆ, ਬਾਕੀ ਤੁਹਾਨੂੰ ਨਵੀਂ ਪੇਮੈਂਟ ਨਾਲ ਦੇ ਨਾਲ ਕਰਾਂਗੇ। ਇਹਨਾਂ ਨੇ 6, 7, 8 ਤਰੀਕ ਨੂੰ ਮਾਲ ਗਿਆ, 8 ਤਰੀਕ ਨੂੰ ਇਹਨੇ ਫਰਨਸ ਬੰਦ ਕਰਤੀ। ਇਹਨਾਂ ਨੂੰ ਕੋਈ ਘਾਟਾ ਨਹੀਂ ਹੋਇਆ। ਮੈਂ ਇਹਨਾਂ ਦੇ ਕੋਲ, ਇਹਨਾਂ ਦੇ ਦਫ਼ਤਰ ਗਿਆ, ਇਹਨਾਂ ਨੇ ਸਾਨੂੰ ਸਿੱਧਾ ਕਹਿ ਦਿੱਤਾ, ਕਹਿੰਦਾ ਅਸੀਂ ਤਾਂ ਠੱਗੀ ਮਾਰਨ ਦੇ ਕਰਕੇ ਤੁਹਾਡੇ ਤੋਂ ਮਾਲ ਸਾਰੇ ਤੋਂ ਇਕੱਠਾ ਕਰੀ ਗਏ, ਸਾਡੇ ਪੈਸੇ ਪੂਰੇ ਹੋ ਗਏ, ਹੁਣ ਤੁਸੀਂ ਜਿੱਥੇ ਜਾਣਾ ਜਾਓ, ਅਸੀਂ ਕੁਝ ਨਹੀਂ ਦੇਣਾ ਤੁਹਾਡਾ। ਇਹਨਾਂ ਨੂੰ ਕਿਹਾ ਵੀ ਆ ਕੇ ਹਿਸਾਬ ਕਰੋ ਸਾਡੇ ਨਾਲ, ਆਪਣੇ ਜੋ ਅਸੀਂ ਤੁਹਾਨੂੰ GST ਜਮ੍ਹਾਂ ਦਿੱਤਾ, ਪੈਸੇ ਦਿੱਤੇ ਆ, ਉਹ GST ਦੀ ਸਿੱਧਾ ਦਿਖਾਓ ਇੱਥੇ ਜਮ੍ਹਾਂ ਕਿੱਥੇ ਕਰਾਇਆ ਗੌਰਮੈਂਟ ਨੇ, ਉਹ ਰਿਟਰਨਾਂ ਦਿਖਾਓ, ਪਿਛਲੀ ਪਰਚੇਜ ਦਿਖਾਓ, ਉਹ ਦਿਖਾਓ। ਉਹ ਤਾਂ ਲਾਈਨ 'ਤੇ ਆਉਂਦੇ ਨਹੀਂ, ਇਹੋ ਜਿਹੇ ਕੰਮ ਸਾਨੂੰ ਧਮਕੀਆਂ ਦੇ ਜਾਂਦੇ, ਬਲੈਕਮੇਲ ਕਰੀ ਜਾਂਦੇ ਸਾਨੂੰ। ਫਰਮ ਚੱਲ ਰਹੀ ਹੈ, ਸਾਡੇ GST ਨੰਬਰ ਐਕਟੀਵੇਟ ਨੇ, ਜੇ ਅਸੀਂ ਰਿਟਰਨ ਨਹੀਂ ਭਰਾਂਗੇ ਸਾਡੇ GST ਨੰਬਰ ਤਾਂ ਸਾਡੇ ਬਲੌਕ ਹੋ ਜਾਣਗੇ। ਫਿਰ ਉਹਨਾਂ ਨੇ ਕਿੱਦਾਂ ਕਲੇਮ ਕਰ ਲਿਆ? ਪੈਸੇ ਲੈਣ ਦੇਣ ਹਰ ਵਪਾਰੀ ਦਾ ਹੁੰਦਾ। ਵਪਾਰ ਕਰੋਨਾ ਕਾਰਨ ਕਾਫੀ ਸਾਡਾ ਡਾਊਨ ਚਲਾ ਗਿਆ ਹੈ। ਅਸੀਂ ਫਿਰ ਵੀ ਉਹਨਾਂ ਨੇ ਕਿਹਾ ਬੈਠ ਕੇ ਸਾਡਾ ਕੋਈ ਹਿਸਾਬ ਕਿਤਾਬ ਨਿਕਲੇਗਾ ਮਾਰਕੀਟ 'ਚੋਂ, ਅਸੀਂ ਲੈ ਕੇ ਤੁਹਾਨੂੰ ਦੇਵਾਂਗੇ। ਇਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ ਬਰੰਟੂ ਦਾ ਸਾਡਾ, ਇਹ ਸਾਨੂੰ ਬਲੈਕਮੇਲ ਕਰੀ ਜਾਂਦਾ। ਸਾਡੇ ਘਰ ਜਾ ਕੇ ਗੱਡੀਆਂ ਲੈ, 2-2 ਗੱਡੀ ਲੈ ਕੇ ਘਰਾਂ 'ਚ ਫੋਨ ਮਾਰਦਾ ਲੇਡੀਜ਼ ਨੂੰ। ਅਸੀਂ 8:30-9 ਵਜੇ ਪਹੁੰਚਦੇ ਹਾਂ, ਇਹ 6:30 ਵਜੇ ਜਾ ਕੇ ਬੈਲਾਂ ਮਾਰਨ ਲੱਗ ਜਾਂਦੇ ਆ। ਅਸੀਂ ਵਿਚਾਰੇ ਸਕੂਟਰਾਂ ਤੇ ਛੋਟੀਆਂ ਗੱਡੀਆਂ 'ਤੇ ਧੱਕੇ ਖਾਂਦੇ ਆ। ਫਿਰ ਇਹ ਕਹਿੰਦੇ ਮਰਸੀਡੀਆਂ 'ਤੇ ਘੁੰਮ ਕੇ ਵੀ ਇਹਨਾਂ ਕੋਲ ਪੈਸੇ ਹੈ ਨਹੀਂ। ਫਿਰ ਲੱਖ ਦੀ ਲਾਨਤ ਇਹੋ ਜਿਹੀ ਕਮਾਈ 'ਤੇ, ਜੇ ਆਪਣੇ ਇਹੋ ਜਿਹੇ ਪੈਸੇ ਨਾਲ ਆਪਣੇ ਬੱਚੇ ਪਾਲਣਗੇ ਤੇ ਸਾਡੇ ਬੱਚੇ ਕੀ ਸੋਚਣਗੇ। ਇਹਨਾਂ ਨੇ ਮੈਮੋਰੰਡਮ ਦਿੱਤਾ, ਉੱਥੇ ਬਹੁਤ ਗਲਤ ਦਿੱਤਾ। ਮੈਂ ਕਿਸੇ ਦਾ ਜੋ ਵੀ ਦੇਣਾ ਮੇਰਾ ਹਿਸਾਬ ਹੈਗਾ, ਇਹਨਾਂ 'ਚੋਂ 2 ਬੰਦੇ ਨਹੀਂ ਜਿਨ੍ਹਾਂ ਦਾ ਲੈਣ ਦੇਣਾ ਮੇਰਾ। ਅਸੀਂ ਇੰਨੇ ਕੁ ਪਰੇਸ਼ਾਨ ਆ, ਇੱਕ ਤਾਂ ਕੰਮਕਾਰ ਸਾਰਾ ਬੰਦ ਹੋ ਗਿਆ, ਜੋ ਲੈਣਾ ਦੇਣਾ ਸੀਗਾ ਜਿਨ੍ਹਾਂ ਦੇ ਦੇਣੇ ਆ ਉਹ ਘਰੇ ਆ ਕੇ ਗੇੜੇ ਕੱਢਦੇ ਆ। ਬਹੁਤ ਪਰੇਸ਼ਾਨੀ ਵਾਲਾ ਕੰਮ ਹੈ ਜੀ। ਕੰਮ ਤਾਂ ਬੰਦ ਹੈ ਹੀ ਆ, ਪਰੇਸ਼ਾਨੀ ਉੱਪਰੋਂ ਹੋਰ ਜ਼ਿਆਦਾ ਵਾ। 3 ਦਿਨ ਹੋ ਗਏ ਆ, ਕਿਸੇ ਵੀ ਵੱਡੇ ਬੰਦੇ ਦਾ, ਕਿਸੇ ਲੀਡਰ ਦਾ, ਕਿਸੇ ਅਫਸਰ ਦਾ, ਮੈਂ ਕਹਿੰਦਾ ਸਾਰੀ ਦੁਨੀਆ ਨੇ ਵੀਡੀਓਜ਼ ਦੇਖੀਆਂ ਹੋਣੀਆਂ, ਅੱਜ ਤੱਕ ਕਿਸੇ ਨੇ ਅਪਰੋਚ ਨਹੀਂ ਕੀਤੀ। ਕਿੱਥੇ ਜਾਈਏ ਦੱਸੋ, ਅਸੀਂ ਕਿੱਥੇ ਜਾਈਏ, ਕਿਹਨੂੰ ਕਹੀਏ ਜਾ ਕੇ? ਜੇ ਉਹਨਾਂ ਨੇ ਆਪਣੀ ਇਸ ਗੱਲ ਤੇ ਮਾਫੀ ਨਾ ਮੰਗੀ ਜਾਂ ਉਹਨਾਂ ਨੇ ਆਪਣੀ ਗਲਤੀ ਐਕਸੈਪਟ ਨਾ ਕੀਤੀ, ਅਸੀਂ ਸੜਕਾਂ 'ਤੇ ਵੀ ਧਰਨਾ ਦੇਵਾਂਗੇ, ਵਪਾਰ ਵੀ ਬੰਦ ਕਰਾਂਗੇ, ਹੋ ਸਕਦਾ ਉਹਨਾਂ ਦੀ ਕੋਠੀ ਦੇ ਬਾਹਰ ਜਾ ਕੇ ਵੀ ਧਰਨਾ ਦੇਵਾਂਗੇ। ਇਹ ਸਭ ਤੋਂ ਬੜਾ ਬਲੈਕਮੇਲ ਹੈ ਬੰਟੂ। ਇਹ ਮੈਨੂੰ ਰੋਜ਼ ਹੀ ਥ੍ਰੈਡ ਦੇ ਮੈਸੇਜ ਭੇਜਦਾ, ਮੈਨੂੰ ਤੁਹਾਡਾ ਆਹ ਕਰ ਦਾਂਗਾ, ਮੈਂ ਤੁਹਾਡਾ ਆਹ ਕਰ ਦਾਂਗਾ। ਇਹਦਾ ਮੇਰਾ ਇੱਕ ਨਵੇਂ ਪੈਸੇ ਦਾ ਹਿਸਾਬ ਨਹੀਂ ਮੇਰਾ ਨਾਲ ਹੈਗਾ। ਪੇਮੈਂਟ ਹੈ, ਕੋਈ ਵੀ ਕਿਸੇ ਦੀ ਸੁਣਵਾਈ ਨਹੀਂ। ਘਰ ਜਾਈਏ ਤਾਂ ਧਮਕੀਆਂ ਦੇ ਦਿੰਦੇ ਆ, ਤੇ ਸਾਡੇ ਆਪਣੇ ਘਰ ਦੇ ਵੀ ਡਰੇ ਹੋਏ ਆ ਕਿ ਤੂੰ ਕਿਉਂ ਪੰਗੇ ਲੈਂਦੇ। ਇੱਕ ਅਸੀਂ ਧਮਕੀਆਂ ਲਈਏ ਜਾਨ ਤੋਂ ਮਰਨ ਦੀ, ਸੁਣਵਾਈ ਸਾਡੀ ਕਿਤੇ ਨਹੀਂ। ਸਿਵਲ ਸੂਟ ਅਸੀਂ ਕਰਕੇ 10-10 ਸਾਲ ਕੀ ਕਰੀਏ? ਪੈਸੇ ਮਰਵਾਉਣ ਨਾਲੋਂ, ਆਪਣੇ ਆਪ ਨੂੰ ਮਰਵਾਉਣ ਨਾਲੋਂ, ਆਪਣੇ ਬੱਚਿਆਂ ਦੀ ਜਾਨ ਖਤਰੇ 'ਚ ਪਾਉਣ ਨਾਲੋਂ
ਅਸੀਂ ਇਹ ਸੋਚਿਆ ਕਿ ਹੁਣ ਜੇ ਸਾਡਾ ਕੋਈ ਹੱਲ ਨਾ ਹੋਇਆ ਇਸ ਵਾਰੀ, ਅਸੀਂ ਲੁਧਿਆਣੇ ਸ਼ਹਿਰ 'ਚ ਲੋਹੇ ਦਾ ਸਕ੍ਰੈਪ ਦਾ ਕੰਮ ਬੰਦ ਕਰ ਦੇਣਾ ਜੀ ਦੀਵਾਲੀਆਂ ਬਾਅਦ। 2020 'ਚ ਇੱਕ ਐਨਰੋ ਸਟੀਲ ਨਾਂ ਦੀ ਫਰਮ ਸੀਗੀ, ਉਹਨੇ ਬਾਜ਼ਾਰ ਦਾ ਇਹੀ ਕੰਮ ਕੀਤਾ ਸੀ ਸੇਮ। ਉਹਦੇ 'ਚ ਮੇਰਾ ਖੁਦ ਦਾ 83 ਲੱਖ ਰੁਪਈਆ ਸੀ ਜੀ, ਜਿੰਦੇ ਅੰਗੇਸਟ ਮੈਂ ਅੱਜ 1 ਕਰੋੜ ਰੁਪਈਆ ਵਿਆਜ ਤੇ ਲਿਆ ਹੋਇਆ ਬੈਂਕ ਦਾ। 75,825 ਰੁਪਏ ਮੇਰੀ ਕਿਸ਼ਤ ਜਾ ਰਹੀ ਹੈ ਜੀ, ਮੇਰੀ ਖੁਦ ਦੀ। ਔਰ 75,000 ਰੁਪਏ ਜਦੋਂ ਕਿਸ਼ਤ ਨਿਕਲਦਾ ਮੇਰੀ 2 ਤਰੀਕ ਨੂੰ, ਮੇਰੀ ਜਾਨ ਨਿਕਲ ਜਾਂਦੀ ਹੈ ਭਾਜੀ। 2-3 ਵਪਾਰੀ ਸਾਡੇ ਜਿਹੜੇ ਡੀਲ ਕਰਦੇ ਆ, ਬਾਕੀ ਤਾਂ ਵਪਾਰੀ ਹੈ ਹੀ ਨਹੀਂ ਕੋਈ ਸਾਡਾ ਡੀਲ ਕਰਦਾ ਕੋਈ। ਅਸੀਂ ਬਿਜ਼ਨਸਮੈਨ ਆਦਮੀ ਹੈ, ਇਦਾਂ ਦਾ ਕੰਮ ਤਾਂ ਅਸੀਂ ਕਰਦੇ ਨਹੀਂ ਕੋਈ। ਕੋਰਟ ਚਲੇ ਜਾਓ ਜੀ, ਸਿਵਲ ਸ਼ੂਟ ਕਰ ਦਿਓ। ਕੋਰਟ ਦੇ ਵਿੱਚ ਕਿੰਨੇ ਸਾਲ ਲੱਗ ਜਾਂਦੇ ਆ ਜੀ ਇਹਨਾਂ ਚੀਜ਼ਾਂ ਨੂੰ। 3 ਸਾਲ ਤਾਂ ਮੈਨੂੰ, 4 ਸਾਲ ਤਾਂ ਮੈਨੂੰ ਹੋ ਗਏ ਇੱਕ ਬੰਦੇ ਦੇ ਕੇਸ ਕੀਤੇ, ਹਾਲੇ ਤੱਕ ਕੇਸ ਹੀ ਨਹੀਂ ਚਾਲੂ ਹੋਇਆ। ਅਸੀਂ ਤਾਂ ਹੁਣ ਐਂਡ ਹੱਲ ਇਹੀ ਕੱਢਿਆ ਜੀ ਕਿ ਜਿਹੜਾ ਸਾਡਾ ਵਪਾਰ ਸੀ ਨਾ, ਹੁਣ ਜਿੱਦਾਂ ਪੁਰਾਣੇ ਬਜ਼ੁਰਗਾਂ ਨੇ ਕਰ ਲਿਆ ਜੀ। ਅਸੀਂ ਨਵੀਂ ਪੀੜ੍ਹੀ ਜਾਂ ਆਪਣੇ ਆਉਣ ਵਾਲੇ ਬੱਚਿਆਂ ਲਈ ਅਸੀਂ ਇਹ ਵਪਾਰ ਨਹੀਂ ਛੱਡ ਕੇ ਜਾਣਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਲੁਧਿਆਣੇ ਦੀ ਸਕ੍ਰੈਪ ਮਾਰਕੀਟ ਦੇ ਵਿੱਚ ਮੌਜੂਦ ਆ। ਕਰੋੜਾਂ ਦਾ ਇੱਥੇ ਬਿਜ਼ਨਸ ਹੁੰਦਾ ਹੈ, ਪਰ ਅੱਜ ਦੇਖ ਸਕਦੇ ਹੋ ਤਸਵੀਰਾਂ ਦੇਖ ਰਹੇ ਹੋਵੋਗੇ ਖਾਲੀ ਨਜ਼ਰ ਆ ਰਹੀ ਹੈ। ਤਾਂ ਤੁਹਾਨੂੰ ਦੱਸ ਦਿੰਦੇ ਆ ਵੀ ਇੱਥੇ ਜਿਹੜੇ ਵਪਾਰੀ ਨੇ, ਇੱਕ ਵਪਾਰੀ ਨਾਲ ਨਹੀਂ ਠੱਗੀ ਹੋਈ ਹੈ। ਕਿੰਨੇ ਕੁ ਵਪਾਰੀਆਂ ਨਾਲ ਜਿਹੜੀ ਠੱਗੀ ਹੋਈ ਆ, ਠੱਗੀ ਘੱਟ ਨਹੀਂ ਆ, ਕਰੋੜਾਂ ਦੀ ਠੱਗੀ ਹੋਈ ਆ। ਤੁਸੀਂ ਜਿੰਨੀ ਸੋਚ ਰਹੇ ਹੋਵੋਗੇ ਸ਼ਾਇਦ ਉਸ ਤੋਂ ਵੀ ਵੱਧ ਤੁਹਾਡੀ ਸੋਚ ਜਿਹੜੀ ਹੈ 10 ਕਰੋੜ 15 ਕਰੋੜ ਤੱਕ ਜਾਂਦੀ ਹੋਵੇਗੀ, ਪਰ ਇਸ ਤੋਂ ਵੱਧ ਦੀ ਵੀ ਜਿਹੜੀ ਸਾਰਾ ਸਕੈਮ ਹੋਇਆ, ਸਾਰੀ ਠੱਗੀ ਹੋਈ ਆ। ਹੁਣ ਜਾਣਕਾਰੀ ਲੈਂਦੇ ਆ, ਪੁੱਛਦੇ ਆ ਇਹ ਵਪਾਰੀਆਂ ਦੀ ਤਸਵੀਰਾਂ। ਇਸ ਸਮੇਂ ਤੁਸੀਂ ਸ਼ਕਲਾਂ ਵੀ ਦੇਖ ਰਹੇ ਹੋਵੋਗੇ, ਤੁਹਾਨੂੰ ਟੈਨਸ਼ਨ ਵੀ ਜ਼ਰੂਰ ਨਜ਼ਰ ਆ ਰਹੀ ਹੋਵੇਗੀ, ਕਿਉਂਕਿ ਇਹਨਾਂ ਵਪਾਰੀਆਂ ਦੇ ਕਿਸੇ ਨੇ ਜਿਹੜੇ ਆ ਪੈਸੇ ਖਾ ਲਿੱਤੇ ਆ ਤੇ ਕਿਤੇ ਤੇ ਇਲਜ਼ਾਮ ਹੈ ਲਗਾ ਰਹੇ ਨੇ। ਹੁਣ ਇਹਨਾਂ ਨਾਲ ਹੀ ਗੱਲਬਾਤ ਕਰ ਲੈਂਦੇ ਆ, ਪੁੱਛ ਲੈਂਦੇ ਆ ਵੀ ਅਸਲ ਦੇ ਵਿੱਚ ਮਾਮਲਾ ਕੀ ਆ, ਕੀ ਹੋਇਆ, ਕੌਣ ਇਹਨਾਂ ਕੋਲ ਵਿਅਕਤੀ ਪੈਸੇ ਲੈ ਕੇ ਅਤੇ ਉਸ ਤੋਂ ਬਾਅਦ ਹੁਣ ਪੈਸੇ ਜਿਹੜੇ ਆ ਵਾਪਸ ਨਹੀਂ ਕਰ ਰਿਹਾ। ਬਾੜੀ ਜੀ ਜਾਣਕਾਰੀ ਦਿਓ, ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ, ਤੇ ਉਸ ਤੋਂ ਬਾਅਦ ਇਹ ਜ਼ਰੂਰ ਜਾਣਕਾਰੀ ਦਿਓ ਵੀ ਅਸਲ ਦੇ ਵਿੱਚ ਕੀ ਠੱਗੀ ਹੋਈ ਆ, ਕਿੰਨੇ ਕਰੋੜ ਦੀ ਠੱਗੀ ਆ, ਅਤੇ ਕਿਹੜਾ ਇਹੋ ਜਿਹਾ ਵਿਅਕਤੀ ਆ ਜਿਹੜਾ ਪੈਸੇ ਲੈ ਕੇ ਉਸ ਤੋਂ ਬਾਅਦ ਵਾਪਸ ਨਹੀਂ ਦੇ ਰਿਹਾ। ਸਤਿ ਸ਼੍ਰੀ ਅਕਾਲ ਜੀ ਸਰ, ਅਸੀਂ ਲੁਧਿਆਣਾ ਸਕ੍ਰੈਪ ਟ੍ਰੇਡਰ ਐਸੋਸੀਏਸ਼ਨ ਤੋਂ ਸਾਰੇ ਮੈਂਬਰ ਖੜੇ ਹਾਂ ਜੀ। ਇੱਕ ਲੁਧਿਆਣੇ ਨਾਲ ਪਿਛਲੇ 3 ਸਾਲ ਤੋਂ ਬਹੁਤ ਵਧੀਆ ਵਾਈਟ ਕੋਲਰ ਠੱਗੀ ਚੱਲੀ ਹੈ ਜੀ। ਵਾਈਟ ਕੋਲਰ ਸੈਂਸ ਸਾਡਾ ਲੋਹੇ ਦਾ ਵਪਾਰ ਹੈ ਜੀ ਸਕ੍ਰੈਪ ਦਾ। ਅਸੀਂ ਫਰਨਸਾਂ 'ਚ ਸਕ੍ਰੈਪ ਦਿੰਦੇ ਹਾਂ। ਸਾਡੀ ਸਕ੍ਰੈਪ ਦੀ ਮਜਬੂਰੀ ਹੈ ਕਿ ਉਧਾਰ ਵਿਕਦੀ ਹੈ, ਜਿਹੜੀ ਸਾਡੀ ਮਜਬੂਰੀ ਹੈ ਸਮਝ ਲਓ, ਸਾਡੇ ਜਾਂ ਕੰਮ ਦਾ ਸਭ ਤੋਂ ਵੱਡਾ ਧੱਬਾ ਸਮਝ ਲਓ। ਇਹ ਕੀ ਕਰਦੇ ਫਰਨਸ ਵਾਲੇ ਜੀ, ਚਾਹੇ ਬਿਜਲੀ ਦਾ ਬਿੱਲ ਹੈ, ਚਾਹੇ ਕੋਈ ਵੀ ਡਿਪਾਰਟਮੈਂਟ ਹੈ, ਚਾਹੇ ਬੈਂਕ ਹੈ, ਬਿਲਕੁਲ ਕਲੀਅਰ ਕਰ ਦੇਣਗੇ ਆਪਣਾ। ਸਾਡੇ ਪੈਸੇ ਰੋਕ ਲੈਣੇ, ਆਪਣਾ ਯੂਨਿਟ ਬੰਦ ਕਰ ਦੇਣਾ ਜਾਂ ਅੱਗੇ ਸੇਲ ਕਰ ਦੇਣਾ। ਇੱਦਾਂ ਹੀ ਅਸੀਂ ਜਦੋਂ ਪੈਸਿਆਂ ਵਾਸਤੇ ਅੱਗੇ ਦੇ ਅੱਗੇ ਅਪਰੋਚ ਕਰਨੀ, ਜਾਂ ਤਾਂ ਇਹਨਾਂ ਨੇ ਸਾਡੇ ਨਾਲ ਮਾੜਾ ਬਿਹੇਵ ਕਰਨਾ ਸ਼ੁਰੂ ਕਰ ਦੇਣਾ, ਗਾਲੀ ਗਲੋਚ। ਨਹੀਂ ਤਾਂ ਸੌਖਾ ਤਰੀਕਾ ਬਹੁਤ ਵਧੀਆ ਜੀ, ਕਮਿਸ਼ਨਰ ਸਾਹਿਬ ਕੋਲ ਪੇਸ਼ ਕੀਤਾ, ਆਪਣੇ ਘਰ ਦੀ ਕਿਸੇ ਧੀ ਭੈਣ ਨੂੰ ਕੰਪਲੇਂਟ ਲਿਖਾਤੀ ਜੀ ਕਿ ਸਾਡੇ ਘਰ ਆਏ ਸੀ ਜਾਂ ਸਾਡੇ ਦਫ਼ਤਰ ਆਏ ਸੀ, ਸਾਨੂੰ ਉਹਨਾਂ ਨੂੰ ਜਾਣ ਦਾ ਖਤਰਾ ਪੂਰੇ ਪਰਿਵਾਰ ਨੂੰ। ਜਿਵੇਂ ਕਿ ਰੀਸੈਂਟਲੀ ਇੱਕ ਕਾਂਡ 'ਚ ਇਸ ਟਾਈਮ ਚੱਲ ਰਿਹਾ, ਜਿੰਦੇ ਲਈ ਅਸੀਂ ਪਰਸੋਂ DC ਦਫ਼ਤਰ ਗਏ ਸੀ ਆਪਣਾ ਮੰਗ ਪੱਤਰ ਦੇਣ। 200-300 ਬੰਦਾ ਇਕੱਠਾ ਹੋ ਕੇ, ਨੰਦ ਮੰਗਲ ਨਾਂ ਦੀ ਫਰਮ ਹੈ ਜੀ, ਕੰਗਨਵਾਲ, ਦਫ਼ਤਰ ਉਹਨਾਂ ਟੋਲਿਆਂ ਦਾ, ਰਿਹਾਇਸ਼ ਉਹਨਾਂ ਦੀ ਅਗਰ ਨਗਰ। ਉਹਨਾਂ ਨੇ ਜੀ ਸਕ੍ਰੈਪ, ਬਾਕੀ ਉਹ ਕਹਿੰਦੇ ਉਹਨਾਂ ਦਾ ਇੱਕ ਸਭ ਤੋਂ ਵੱਡਾ ਮੁੱਦਾ ਜੀ, ਉਹ ਕਹਿੰਦੇ ਜੀ ਕਰੋਨਾ ਕਾਲ ਦੇ ਵਿੱਚ ਘਾਟਾ ਪੈ ਗਿਆ। ਕਰੋਨਾ ਕਾਲ 'ਚ ਜੇ ਘਾਟਾ ਪੈ ਗਿਆ ਜੀ, ਤੇ ਫਿਰ ਬਾਕੀ ਜਿਹੜੀਆਂ ਕਿਸ਼ਤਾਂ ਦੇ ਰਹੇ ਆ, ਜੋ ਅਸੀਂ ਆਪਣੇ ਤੌਰ ਤੇ ਚੈੱਕ ਕਰਾਇਆ ਉਹਨਾਂ ਦਾ ਸਿਬਲ ਬਿਲਕੁਲ ਕਲੀਨ ਐਂਡ ਨੀਟ ਕਿਸ਼ਤਾਂ ਜਾ ਰਹੀਆਂ। ਕੋਠੀ ਉਹਨਾਂ ਦੀ 20 ਤੋਂ 25 ਕਰੋੜ ਦੀ ਜਿੱਥੇ ਉਹ ਰਹਿੰਦੇ ਆ। ਅਸੀਂ ਜਦੋਂ ਪੈਸਿਆਂ ਦੀ ਮੰਗ ਕੀਤੀ, ਮੁੰਡੇ ਸਾਡੇ ਉਹਨਾਂ ਦੇ ਘਰ ਵੀ ਨਹੀਂ ਗਏ ਜੀ। ਅਗਰ ਨਗਰ ਦੇ ਗੇਟ ਦੇ ਬਾਹਰ ਮੰਦਰ ਹੈ, ਉੱਥੇ ਖੜੇ ਸੀਗੇ 28 ਤਰੀਕ ਨਾਲ ਜੀ, 28 ਤਰੀਕ ਨੂੰ ਉੱਥੇ ਖੜੇ ਸੀ ਵੀ ਬਾਊ ਜੀ ਸਾਡੇ ਪੈਸੇ ਦਿਓ। ਵੀਡੀਓ ਬਣਾਈ ਸੀ ਅਸੀਂ, ਸਾਡਾ ਐਸੋਸੀਏਸ਼ਨ ਗਰੁੱਪ ਬਣਿਆ WhatsApp ਤੇ, ਉੱਥੇ ਅਸੀਂ ਹਲਚਲ ਕਰ ਰਹੇ ਚੀਜ਼ਾਂ ਦੀ। 30 ਤਰੀਕ ਨੂੰ ਅਸੀਂ ਮੁੱਦਾ ਰੱਖਿਆ ਕਿ ਅਸੀਂ ਇਹਨਾਂ ਦੀ ਫੈਕਟਰੀ ਦੇ ਬਾਹਰ ਜਾਵਾਂਗੇ। ਇਹਨਾਂ ਨੇ 30 ਤਰੀਕ ਨੂੰ ਸਾਨੂੰ ਇੱਕ 75080313 ਸ਼ਾਇਦ ਇਹੀ ਨੰਬਰ ਹੈ, ਉਹਦੇ ਉੱਤੋਂ ਸਾਨੂੰ ਕਮਿਸ਼ਨਰ ਦਫ਼ਤਰ ਨੂੰ ਭੇਜੀ ਹੋਈ ਕੰਪਲੇਂਟ ਆ ਗਈ 7-8 ਬੰਦਿਆਂ ਨੂੰ, ਜਿੰਦੇ 'ਚ ਸਭ ਤੋਂ ਉੱਤੇ ਮੇਰਾ ਨਾਮ। ਮੈਂ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਾਂ ਜੀ। ਹੁਣ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੋਣ ਨਾਤੇ ਕਿ ਐਕਟੀਵਿਟੀ ਸਾਰੀ ਤਾਂ ਮੈਨੂੰ ਹੀ ਕਰਨੀ ਪੈਂਦੀ ਹੈ ਜੀ, ਜਿੰਦੇ ਵਿੱਚ ਇਹਨਾਂ ਟਾਰਗੇਟ ਹੀ ਮੈਨੂੰ ਬਣਾਤਾ, ਜਦ ਕਿ ਮੈਂ ਇਹਨਾਂ ਨੂੰ ਜਾਣਦਾ ਨਹੀਂ, ਲੈਣਾ ਨਹੀਂ, ਦੇਣਾ ਨਹੀਂ, ਸ਼ਕਲ ਨਹੀਂ ਦੇਖੀ ਕਦੀ। ਹਾਂ, ਇੱਕ ਵਾਰੀ ਮੇਰਾ ਇੱਕ ਦੋਸਤ ਸਾਡਾ ਮੁੰਡਾ ਲੈ ਗਿਆ ਸੀ ਅੰਕੁਰ ਗੁਪਤਾ ਨੂੰ ਮਿਲਾਉਣ ਲਈ, ਵੀ ਸਕ੍ਰੈਪ ਵਾਲੇ ਬਹੁਤ ਮੁੱਦਾ ਉੱਠਿਆ ਵੀ ਬਹਿ ਕੇ ਆਪਾਂ ਸੈਟਿੰਗ ਕਰਾ ਦਈਏ। ਚਲੋ ਟੇਬਲ 'ਤੇ ਕੀ ਗੱਲ ਨਹੀਂ ਬਣੀ, ਉਸ ਤੋਂ ਇਲਾਵਾ ਆਪਣਾ ਕੋਈ ਲੈਣ ਦੇਣ ਨਹੀਂ ਇਹਨਾਂ ਨਾਲ। ਉਹਦੇ ਵਿੱਚ ਇਹਨਾਂ ਨੇ ਸਕ੍ਰੈਪ ਵਾਲੇ ਪੂਰੀ ਐਸੋਸੀਏਸ਼ਨ ਨੂੰ ਟਾਰਗੇਟ ਕਰਤਾ ਜੀ, ਇੱਥੋਂ ਤੱਕ ਕਿ ਚੋਰ ਕਹਿਤਾ। ਦੂਸਰਾ ਸਭ ਤੋਂ ਵੱਡਾ ਮੁੱਦਾ ਕਹਿ ਦਿੰਦੇ ਜੀ GST ਦੀ ਗੱਲ ਕਰਦੇ ਆ। ਇਹ ਕਹਿੰਦੇ ਆ ਜੀ, ਇੱਕ ਇਹਨਾਂ ਨੇ ਇੱਥੇ ਇੰਟਰਵਿਊ ਕੀਤੀ ਹੈ, ਮੈਂ ਭੁੱਲ ਗਿਆ ਕੀ ਨਾਂ ਸੀ ਉਹਦਾ ਨਿਊਜ਼ ਦਾ, ਉਹਦੇ 'ਚ ਕਹਿੰਦੇ ਆ ਕਿ ਸਕ੍ਰੈਪ ਇਹਨਾਂ ਨੇ ਜੀ GST ਨਹੀਂ ਭਰਿਆ ਹੋਇਆ, 3 ਵੀ ਨਹੀਂ ਭਰੀ, 2 ਵੀ ਨਹੀਂ ਭਰੀ। ਮੈਂ ਇਹਨਾਂ ਨੂੰ ਪਹਿਲੇ ਇੰਟਰਵਿਊ ਕਰਨ ਵਾਲੇ ਵੀ ਪੁੱਛਾਂ ਤੇ ਨਾਲ ਉਹਨਾਂ ਨੂੰ ਵੀ ਪੁੱਛਾਂ, ਜੇ 3 ਵੀ 2 ਵੀ ਨਹੀਂ ਭਰੀ ਹੋਈ ਤੇ ਫਰਮਾਂ ਕਿਵੇਂ ਚੱਲ ਰਹੀਆਂ?
ਜੇ ਅਸੀਂ ਨਹੀਂ ਭਰੀ ਤੂੰ ਕਿੱਦਾਂ ਕਲੇਮ ਲੈ ਲਿਆ ਬਾਈ? ਤੂੰ ਕਿੱਦਾਂ ਆਈਟੀ ਸਿਖਾ ਲਿਆ ਡਿਪਾਰਟਮੈਂਟ ਦਾ? ਚੋਰ ਤਾਂ ਤੁਸੀਂ ਹੋਏ ਜਿਹੜਾ ਆਈਟੀ ਸਿਖਾ ਲਿਆ ਡਿਪਾਰਟਮੈਂਟ ਦਾ। ਮਤਲਬ ਕਿ ਹੁਣ ਜੇ ਅਸੀਂ ਡੀਸੀ ਸਾਹਿਬ ਕੋਲ ਗਏ, ਕਮਿਸ਼ਨਰ ਸਾਹਿਬ ਕੋਲ ਵੀ ਗਏ, ਆਪਣੇ ਕੰਪਲੇਂਟਾਂ ਵੀ ਦੇ ਕੇ ਆਏ ਆ। ਹੁਣ ਸਾਰਿਆਂ ਦਾ ਮੁੱਦਾ ਇਹ ਹੈ ਕਿ ਜੇ ਸਿਵਲ ਸੂਟ ਹੈ, ਇਹ ਤਾਂ ਕਿ ਜੀ ਹੁਣ ਗੱਲ ਸਿਵਲ ਸੂਟ ਵਾਲੀ ਵੀ ਸਿਵਲ ਸੂਟ ਕੋਰਟ ਦੇ ਵਿੱਚ 5 ਸਾਲ ਲੱਗਣ, 10 ਸਾਲ ਲੱਗਣ, 20 ਸਾਲ ਲੱਗਣ, ਜਿੰਨੇ ਵੀ ਲੱਗਣ। ਮੁੱਦਾ ਇਹ ਹੈ ਜੀ ਸਾਡੇ ਵਪਾਰ ਦੇ ਵਿੱਚ ਸਭ ਤੋਂ ਵਧੀਆ ਵਾਈਟ ਕਲਰ ਠੱਗੀ ਚੱਲ ਰਹੀ ਆ। ਪਿਛਲੇ 3 ਸਾਲਾਂ ਤੋਂ 5 ਤੇ 6 ਬੰਦੇ ਕਰ ਚੁੱਕੇ ਆ। ਔਰ ਜੇ ਤੁਸੀਂ ਗਿਣਤੀ ਕਰੋ ਨਾ, ਘੱਟੋ ਘੱਟ ਕਰੋੜਾਂ 'ਚ ਠੱਗੀ ਹੋ ਚੁੱਕੀ ਹੈ, ਕਰੋੜਾਂ 'ਚ ਠੱਗੀ ਹੋ ਚੁੱਕੀ ਆ। ਮਤਲਬ ਇੱਕ ਬੰਦਾ 10 15 20 ਕਰੋੜ ਦੀ ਠੱਗੀ ਮਾਰ ਕੇ ਨਿਕਲਦਾ ਪਿਆ। ਹਿਸਾਬ ਲਾ ਲਓ ਕਿੰਨੇ ਕਰੋੜਾਂ ਦੀ ਠੱਗੀ ਹੋ ਗਈ ਹੈ ਜਿਹੜੀ ਸਾਡੇ ਵਪਾਰ ਦੇ ਵਿੱਚ। ਹੁਣ ਸਾਡੇ ਵਪਾਰ ਦੇ ਹਾਲਾਤ ਆ ਗਏ ਆ, ਲੜ ਅਸੀਂ ਕਿਸੇ ਨਾਲ ਚੱਲ ਸਕਦੇ ਨਹੀਂ। ਕੋਈ ਪ੍ਰਸ਼ਾਸਨ, ਕੋਈ ਸਰਕਾਰ ਕਿਸੇ ਤਰ੍ਹਾਂ ਦੀ ਸਾਡੇ ਵੱਲ ਕੋਈ ਸੁਣਵਾਈ ਨਹੀਂ। ਲੁਧਿਆਣੇ ਸ਼ਹਿਰ 'ਚ 2 ਤਰ੍ਹਾਂ ਦਾ ਵਪਾਰ ਜ਼ਿਆਦਾ, ਜਿਹੜਾ ਤੁਹਾਨੂੰ ਵੀ ਸ਼ਾਇਦ ਨੌਲੇਜ ਹੋਗੀ, ਤੁਸੀਂ ਬਹੁਤ ਇੰਟਰਵਿਊ ਕਰਦੇ ਹੋ। ਇੱਕ ਲੋਹੇ ਦਾ, ਕਿ ਹੋਜਰੀ ਦਾ ਬਹੁਤ ਜ਼ਿਆਦਾ ਵਪਾਰ ਹੈ ਸਰ। ਲੋਹੇ ਦੇ ਵਪਾਰ ਦੇ ਵਿੱਚ ਸਕ੍ਰੈਪ ਦਾ ਕੰਮ ਦੀ ਜਿਹੜੀ ਟਰਨਓਵਰ ਸਭ ਤੋਂ ਜ਼ਿਆਦਾ ਹੈ ਡੇਲੀ ਦੀ। ਅਸੀਂ ਹੁਣ ਇਹਨਾਂ ਤੋਂ ਤੰਗ ਆ ਕੇ ਹਾਰ ਚੁੱਕੇ ਹਾਂ ਜੀ ਬਹੁਤ ਜ਼ਿਆਦਾ। ਇੱਕ ਤਾਂ ਅਸੀਂ ਪੈਸੇ ਮਰਵਾਈਏ, ਇੱਕ ਅਸੀਂ ਧਮਕੀਆਂ ਲਈਏ ਜਾਨ ਤੋਂ ਮਰਨ ਦੀ। ਸੁਣਵਾਈ ਸਾਡੀ ਕਿਤੇ ਨਹੀਂ। ਸਿਵਲ ਸੂਟ ਅਸੀਂ ਕਰਕੇ 10 ਸਾਲ ਕੀ ਕਰੀਏ? ਪੈਸੇ ਮਰਵਾਉਣ ਨਾਲੋਂ, ਆਪਣੇ ਆਪ ਨੂੰ ਮਰਵਾਉਣ ਨਾਲੋਂ, ਆਪਣੇ ਬੱਚਿਆਂ ਦੀ ਜਾਨ ਖਤਰੇ 'ਚ ਪਾਉਣ ਨਾਲੋਂ ਅਸੀਂ ਇਹ ਸੋਚਿਆ ਕਿ ਹੁਣ ਜੇ ਸਾਡਾ ਕੋਈ ਹੱਲ ਨਾ ਹੋਇਆ ਇਸ ਵਾਰੀ ਕਿਸੇ ਤਰ੍ਹਾਂ ਦਾ ਵੀ, ਇਸ ਲਈ ਅਸੀਂ ਤੁਹਾਡੇ ਜਰੀਏ ਆਵਾਜ਼ ਉਠਾ ਰਹੇ ਹਾਂ। ਜੇ ਸਾਡਾ ਨਾ ਹੋਇਆ, ਅਸੀਂ ਲੁਧਿਆਣੇ ਸ਼ਹਿਰ 'ਚ ਲੋਹੇ ਦਾ ਸਕ੍ਰੈਪ ਦਾ ਕੰਮ ਬੰਦ ਕਰ ਦੇਣਾ ਜੀ ਦੀਵਾਲੀਆਂ ਬਾਅਦ, ਜੋ ਅਸੀਂ ਸੋਚਿਆ ਹੋਇਆ। ਜੇ ਇਹੋ ਜਿਹੇ ਠੱਗਾਂ ਕੋਲੋਂ ਸਾਨੂੰ ਪੈਸੇ ਨਾ ਮਿਲੇ, ਜਾਂ ਜਿਹੜੇ ਹੋਰ ਇਹੋ ਜਿਹੇ ਕਰਨ ਨੂੰ ਤਿਆਰ ਬੈਠੇ ਜਾਂ ਕਰ ਚੁੱਕੇ ਆ, ਜੇ ਸਾਡਾ ਕੋਈ ਹੱਲ ਨਾ ਆਇਆ, ਕਿਸੇ ਪ੍ਰਸ਼ਾਸਨ ਨੇ, ਕਿਸੇ ਲੀਡਰ ਨੇ, ਕਿਸੇ ਸਰਕਾਰ ਨੇ, ਕਿਸੇ ਨੇ ਵੀ ਹੱਥ ਨਾ ਫੜਿਆ, ਅਸੀਂ ਵਪਾਰ ਬੰਦ ਕਰਨਾ ਜੀ। ਘਰੇ ਔਖਾਈ ਵੀ ਕਾਫੀ ਹੁੰਦੀ ਹੋਣੀ ਹੈ, ਘਰ ਦਾ ਖਰਚਾ ਬੜਾ ਔਖਾ ਹੋਇਆ ਹੋਣਾ, ਕਿਉਂਕਿ ਜਿਹਦੇ ਪੈਸੇ ਐਦਾਂ ਦੱਬੇ ਜਾਣ, ਘਰ ਦਾ ਖਰਚਾ ਕਿੱਦਾਂ ਚੱਲੇਗਾ? ਤੁਸੀਂ ਕਿਹਾ ਕਰੋੜਾਂ ਦੀ ਠੱਗੀ ਆ, ਮੇਰੇ ਹਿਸਾਬ ਨਾਲ ਜਿੰਨੇ ਇੱਥੇ ਖੜੇ ਆ ਕਈਆਂ ਦੇ ਪੈਸੇ ਜਿਹੜੇ ਦੱਬੇ ਹੋਣੇ ਆ ਉਹਨਾਂ ਨੇ। ਸਰ ਮੈਂ ਬਾਕੀ ਤੁਸੀਂ ਪੁੱਛਿਓ ਸਾਰਿਆਂ ਨੂੰ, ਮੈਂ ਆਪਣੀ ਪਰਸਨਲ ਗੱਲ ਦੱਸਦਾ ਸਰ। 2020 'ਚ ਇੱਕ ਐਨਰੋ ਸਟੀਲ ਨਾਂ ਦੀ ਫਰਮ ਸੀਗੀ, ਉਹਨੇ ਬਾਜ਼ਾਰ ਦਾ ਇਹੀ ਕੰਮ ਕੀਤਾ ਸੀ ਸੇਮ। ਉਹਦੇ 'ਚ ਮੇਰਾ ਖੁਦ ਦਾ 83 ਲੱਖ ਰੁਪਈਆ ਸੀ ਜੀ, ਜਿੰਦੇ ਅੰਗੇਜਡ ਮੈਂ ਅੱਜ 1 ਕਰੋੜ ਰੁਪਈਆ ਵਿਆਜ ਤੇ ਲਿਆ ਆ ਬੈਂਕ ਦਾ। 75,825 ਰੁਪਏ ਮੇਰੀ ਕਿਸ਼ਤ ਜਾ ਰਹੀ ਹੈ ਜੀ, ਮੇਰੀ ਖੁਦ ਦੀ। ਔਰ 75,000 ਰੁਪਏ ਜਦੋਂ ਕਿਸ਼ਤ ਨਿਕਲਦਾ ਮੇਰੀ 2 ਤਰੀਕ ਨੂੰ, ਮੇਰੀ ਜਾਨ ਨਿਕਲ ਜਾਂਦੀ ਹੈ ਭਾਜੀ। ਹਿਸਾਬ ਲਾ ਲਓ ਕਿੰਨੀ ਕਿਹੜੀ ਕੰਡੀਸ਼ਨ 'ਚ ਅਸੀਂ ਕੰਮ ਕਰ ਰਹੇ ਹਾਂ। ਔਰ ਇਹ ਸਾਰੇ ਵਪਾਰੀਆਂ ਨਾਲ ਸੇਮ ਹੀ ਇਹੀ ਹੋ ਰਿਹਾ। ਬਸ ਇਹ ਬੰਦਾ ਵਪਾਰੀ ਚੁੱਪ ਇਸ ਕਰਕੇ ਕਹਿ ਜਾਂਦਾ ਚੱਲ ਯਾਰ ਕੋਈ ਨਹੀਂ, ਇੰਨੇ ਸਾਲ ਦੀ ਮਿਹਨਤ ਸੀ ਚੱਲੇਗੀ, ਦੁਬਾਰਾ ਫਿਰ ਕੰਟੀਨਿਊ। ਕਿੰਨੀ ਦੇਰ ਕੰਟੀਨਿਊ? ਆਖਰ ਤਾਂ ਮਰਨ ਦੀ ਨੌਬਤ ਆ ਜਾਣੀ ਜੋ ਸਾਡੇ ਹਾਲਾਤ ਨੇ। ਤੇ ਆਹ ਜਿਹੜੀ ਤੁਸੀਂ ਠੱਗੀ ਕਹਿ ਰਹੇ ਹੋ ਕਿੰਨੇ ਕੁ ਕਰੋੜ ਦੀ ਹੈ ਜਿਹੜੀ ਹੁਣ ਦੀ ਗੱਲ ਕਰ ਰਹੇ ਸਰ ਜੋ ਸਾਡੀ ਸਿਰਫ ਸਕ੍ਰੈਪ ਲੈਣ ਦੀ ਆ, ਉਹ ਜਿੰਨਾ ਕੁ ਸਾਨੂੰ ਮੋਟਾ ਪਤਾ, ਕਿਉਂਕਿ ਇਦਾਂ ਜੀ ਬੰਦੇ ਤਾਂ ਹੈਗੇ ਆ ਕਾਫੀ। ਲੇਕਿਨ ਜਿਹੜੀ ਸਾਡੀ ਐਸੋਸੀਏਸ਼ਨ ਆ, ਜਿਨ੍ਹਾਂ ਨੇ ਅਪਰੋਚ ਕੀਤੀ ਜਾਂ ਐਸੋਸੀਏਸ਼ਨ ਦੇ ਕੋਲ ਆਏ ਨੇ, ਉਹਨਾਂ 'ਚੋਂ 5-7 ਬੰਦੇ ਨੇ ਜਿਨ੍ਹਾਂ ਦਾ ਮਿਲਾ ਕੇ ਹੀ 3-4 ਕਰੋੜ ਰੁਪਈਆ ਹੈ। ਉੱਦਾਂ ਜੋ ਬਾਜ਼ਾਰ 'ਚ ਸੁਣਨ 'ਚ ਆਇਆ, ਉਹ ਘੱਟੋ ਘੱਟ 10-15 ਕਰੋੜ ਦੀ ਠੱਗੀ ਹੈ ਜੀ। ਕਈ ਵਾਰ ਮਨ ਐ ਨਹੀਂ ਕਰਦਾ ਵੀ ਵਪਾਰ ਛੱਡਦੀ ਹੈ ਵੀ ਜੇ ਇਹੋ ਜਿਹੇ ਕੰਮ ਹੋਣਾ ਤਾਂ? ਬਿਲਕੁਲ ਜੀ, ਕੰਮ ਤਾਂ ਕਰਨ ਤਾਂ ਜੀ ਨਹੀਂ ਕਰਦਾ ਜੀ। ਬਿਲਕੁਲ ਸਵੇਰੇ ਆਉਂਦੇ ਆ, ਆਪਣਾ ਕਦੀ ਕਿਸੇ ਦੇ ਪੈਸੇ ਮਾਰ ਲੈਂਦੇ, ਕਦੀ ਕਿਸੇ ਦੇ। ਇਹੀ ਦੇਖ ਕੇ ਅਸੀਂ ਤਾਂ ਦੁਖੀ, ਅਸੀਂ ਤਾਂ ਵਪਾਰ ਸੋਚਦੇ ਹਾਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਦੀਵਾਲੀ ਤੋਂ ਬਾਅਦ ਛੱਡ ਹੀ ਦਈਏ। ਪਰ ਤੁਸੀਂ ਛੱਡਣ ਦੀ ਵੀ ਗੱਲ ਕਰ ਰਹੇ ਹੋ, ਪਰ ਬੰਦਾ ਇਹ ਸੋਚਦਾ ਨੈਕਸਟ ਕੀ ਕਰਾਂਗਾ ਮੈਂ, ਜਿਹਦਾ ਪੈਸਾ ਇੰਨਾ ਦੱਬਿਆ ਹੋਵੇ ਵੀ ਉਹ ਕੀ ਕਰੂਗਾ ਉਸ ਤੋਂ? ਸਰ ਨਾ ਕੋਈ ਰਿਟਰਨ ਹੈ ਜੀ, ਨਾ ਦੇ ਵਿੱਚ ਕੁਝ ਕੱਢਣ ਪਾਉਣ ਨੂੰ ਕੋਈ ਲੰਬਾ ਚੌੜਾ ਹੈ ਨਹੀਂ ਹੁਣ ਰਿਹਾ। ਤੇ ਜਿਵੇਂ ਪੈਸੇ ਦਿੰਦੇ ਆ, ਇਸ ਤੋਂ ਚੰਗਾ ਤਾਂ ਬੈਂਕ ਦਾ ਵਿਆਜ ਆ ਜਾਂਦਾ ਜੀ। ਕੰਮ ਕਰਨ ਨੂੰ ਕੁਝ ਰੱਖਿਆ ਨਹੀਂ, ਇਸ ਕਰਕੇ ਅਸੀਂ ਤਾਂ ਪਰੇਸ਼ਾਨ ਆ ਜੀ। ਪਰੇਸ਼ਾਨ ਹੋ ਕੇ ਅਸੀਂ ਬੰਦ ਹੀ ਕਰ ਦੇਣਾ। ਪੇਮੈਂਟ ਕੋਈ ਵੀ ਕਿਸੇ ਦੀ ਸੁਣਵਾਈ ਨਹੀਂ, ਘਰ ਜਾਈਏ ਤਾਂ ਧਮਕੀਆਂ ਦੇ ਦਿੰਦੇ ਆ। ਤੇ ਸਾਡੇ ਆਪਣੇ ਘਰ ਦੇ ਵੀ ਡਰੇ ਹੋਏ ਆ ਕਿ ਤੂੰ ਕਿਉਂ ਪੰਗੇ ਲੈਂਦੇ, ਤੁਸੀਂ ਕਿਉਂ ਪੰਗੇ ਲੈਂਦੇ ਹੋ। ਅਸੀਂ ਆਰਾਮ ਨਾਲ ਬਹਿ ਜਾਂਦੇ ਹਾਂ, ਹੋਰ ਕੀ ਘਰਦਿਆਂ ਦੇ ਸੁਣ ਕੇ ਅਸੀਂ ਘਰ ਦੇ ਪਿੱਛੇ ਬਹਿ ਜਾਂਦੇ ਹਾਂ ਆਰਾਮ ਨਾਲ। ਕੰਮ ਨਹੀਂ ਚੱਲ ਰਿਹਾ ਜੀ ਬਿਲਕੁਲ। ਸਰ ਇੱਕ ਨਾ ਸਾਡੇ ਇੱਥੇ ਭਾਜੀ ਖੜਿਆ, ਦੇਖੋ ਇਹਨਾਂ ਦਾ ਨਾ ਜਿਹੜੀ ਆਪਾਂ ਗੱਲ ਕਰ ਰਹੇ ਆਨੰਦ ਮੰਗਲ, ਸੁਨੀਲ ਗੁਪਤਾ ਤੇ ਅੰਕੁਰ ਗੁਪਤਾ ਜਿਹਦੀ ਗੱਲ ਕਰ ਰਹੇ ਆ। ਤੇ ਉਹਨਾਂ ਦੇ 4 ਡਾਇਰੈਕਟਰ ਨੇ, ਸੁਨੀਲ ਗੁਪਤਾ, ਅੰਕੁਰ ਗੁਪਤਾ, ਸੀਮਾ ਗੁਪਤਾ ਤੇ ਰੋਹਿਤ ਗੁਪਤਾ। ਹੁਣ ਇਹਨਾਂ ਨੇ ਜਿਹੜੀ ਕੰਪਲੇਂਟ ਵੀ, ਇੱਕ ਤਾਂ ਸਾਨੂੰ ਚੋਰ ਕੇ ਦੱਸਦੇ ਆ, ਬਲੈਕਮੇਲਰ ਦੱਸਦੇ ਆ, ਜਦੋਂ ਪੈਸੇ ਮੰਗਦੇ ਆ ਕਾਫੀ ਕੁਝ ਬੋਲਦੇ ਆ। ਤੇ ਆਪ ਉਲਟੀ ਕੰਪਲੇਂਟ ਵੀ ਲਿਖਾਈ ਹੈ ਜਿਹੜੀ ਗਲਤ, ਉਹ ਤੁਹਾਨੂੰ ਦਿਖਾ ਦਿੰਦੇ ਅਸੀਂ ਉਹ ਵੀ। ਇਹ ਸਾਡੇ ਭਾਈ ਸਾਹਿਬ ਨੇ, ਇਹਨਾਂ ਨੇ 60 ਕੁ ਲੱਖ ਦੇ ਕਰੀਬ ਆ ਤੁਹਾਡਾ। ਹਾਂਜੀ। ਇਹ ਮਤਲਬ ਕਿ ਇੰਨੇ ਕੁ ਜ਼ਿਆਦਾ ਡਿਪਰੈਸ਼ਨ 'ਚ ਚਲੇ ਗਏ ਸੀ। ਸਾਡੇ ਕੋਲ ਇੱਕ ਨਹੀਂ, ਸਾਡੇ ਕੋਲ 100 ਗਵਾਹ ਇਸ ਬੰਦੇ ਦਾ। ਇਹ ਬੰਦਾ ਕਹਿੰਦਾ ਜੀ ਮੈਂ ਸੁਸਾਈਡ ਕਰਨ ਚੱਲਾਂ, ਇਹ ਕਹਿੰਦਾ ਸੁਸਾਈਡ ਕਰਨ ਚੱਲਾਂ। ਆ ਜਿੰਨੇ ਇੱਥੇ ਬੰਦੇ ਖੜੇ ਆ ਜੀ, ਇਹਨਾਂ ਨੂੰ ਪੁੱਛੋ ਕਿ ਇਸ ਬੰਦੇ ਨੂੰ ਕਿੱਦਾਂ ਰੋਕਿਆ ਸੀ, ਕਿੱਦਾਂ ਦਿਲਾਸਾ ਦਿੱਤਾ ਵੀ ਤੂੰ ਜੇ ਸੁਸਾਈਡ ਕਰਕੇ ਕਾਕਾ ਪੈਸੇ ਤਾਂ ਮਰੇ ਪਰਿਵਾਰ ਵੀ ਨਾਲ ਉਜਾੜਨਾ। ਸਾਨੂੰ ਪਤਾ ਇਸ ਬੰਦੇ ਨੇ ਕਿਵੇਂ ਕੰਟਰੋਲ ਕੀਤਾ, ਪੁੱਛੋ ਤੁਸੀਂ ਇਹਨੂੰ ਜੀ ਪੁੱਛਣਾ ਕਿ ਬਾਈ ਜੀ ਹੋਇਆ ਕੀ ਸੀ, ਕਿਵੇਂ ਆਏ ਤੁਹਾਡੇ ਕੋਲ, ਕਿੱਦਾਂ ਤੁਸੀਂ ਮਾਲ ਦਿੱਤਾ, ਇਹਦੇ ਬਾਰੇ ਮਾੜਾ ਜਿਹਾ ਦੱਸੋ। ਇਹਨਾਂ ਦੀ ਫਰਨਸ ਸੀਗੀ ਜੀ, ਇੱਕ ਦੂਜੇ ਨਾਲ ਫਰਨਸ ਲਾਈਨ ਵੀ ਸਕ੍ਰੈਪ ਲਾਈਨ ਲਿੰਕ ਹੁੰਦੀ ਹੈ। ਇਹਨਾਂ ਨਾਲ ਕੰਮ ਦੀ ਡੀਲਿੰਗ 3-4 ਸਾਲ ਤੋਂ ਚੱਲ ਰਹੀ ਹੈ ਨੰਦ ਮੰਗਲ ਨਾਲ ਜੀ। ਹੋਇਆ ਕਿ ਇਹ ਕਹਿੰਦੇ ਜੀ ਪੈਸੇ ਰੋਕ ਲੈਂਦੇ ਆ, ਬਾਕੀ ਤੁਹਾਨੂੰ ਨਵੀਂ ਪੇਮੈਂਟ ਨਾਲ ਦੇ ਨਾਲ ਕਰਾਂਗੇ। ਇਹਨਾਂ ਨੇ 6, 7, 8 ਤਰੀਕ ਨੂੰ ਮਾਲ ਗਿਆ, 8 ਤਰੀਕ ਨੂੰ ਇਹਨੇ ਫਰਨਸ ਬੰਦ ਕਰਤੀ। ਇਹਨਾਂ ਨੂੰ ਕੋਈ ਘਾਟਾ ਨਹੀਂ ਹੋਇਆ, ਬਸ ਇਹਨਾਂ ਦੇ
ਮੈਂ ਇਹਨਾਂ ਦੇ ਕੋਲ ਇਹਨਾਂ ਦੇ ਦਫ਼ਤਰ ਗਿਆ, ਇਹਨਾਂ ਨੇ ਸਾਨੂੰ ਸਿੱਧਾ ਕਹਿ ਦਿੱਤਾ, ਕਹਿੰਦਾ ਅਸੀਂ ਤਾਂ ਠੱਗੀ ਮਾਰਨ ਦੇ ਕਰਕੇ ਤੁਹਾਡੇ ਤੋਂ ਮਾਲ ਸਾਰੇ ਤੋਂ ਇਕੱਠਾ ਕਰੀ ਗਏ, ਸਾਡੇ ਪੈਸੇ ਪੂਰੇ ਹੋ ਗਏ, ਹੁਣ ਤੁਸੀਂ ਜਿੱਥੇ ਜਾਣਾ ਜਾਓ, ਅਸੀਂ ਕੁਝ ਨਹੀਂ ਦੇਣਾ ਤੁਹਾਡਾ। ਉਹਦੇ ਬਾਅਦ ਸਾਨੂੰ ਧਮਕੀਆਂ ਦਿੰਦੇ ਆ, ਪੁਲਿਸ ਕੋਲ ਜਾਓਗੇ ਫਿਰ ਕੀ ਹੋ ਜਾਊਗਾ, ਅਸੀਂ ਹੋਰ ਤੁਹਾਡੇ ਤੇ ਰਿਪੋਰਟਾਂ ਦੇਣਗੇ, ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਸਾਨੂੰ ਹੋਰ ਧਮਕਾਇਆ ਜਾਂਦਾ ਵਾ। ਅਸੀਂ ਹਾਰ ਕੇ ਆ ਕੇ ਚਲੋ ਹੋਰ ਕੋਈ ਨਹੀਂ ਸੀਗਾ ਤਾਂ ਆਪਣੇ ਪ੍ਰਧਾਨ ਜੀ ਕੋਲ ਹੀ ਆਉਣਾ ਸੀ, ਹੋਰ ਕਿੱਥੇ ਜਾਵਾਂਗੇ। ਅਸੀਂ ਇਹਨਾਂ ਦੇ ਕੋਲ ਆਏ ਤੇ ਇਹਨਾਂ ਦੇ ਖਿਲਾਫ ਵੀ ਹੁਣ ਝੂਠੀ ਕੰਪਲੇਂਟਾਂ ਦੇਈ ਜਾਂਦੇ ਨੇ। ਅਸੀਂ ਇੰਨੇ ਕੁ ਪਛਾਣ ਆ, ਇੱਕ ਤਾਂ ਕੰਮਕਾਰ ਸਾਰਾ ਬੰਦ ਹੋ ਗਿਆ, ਜੋ ਲੈਣਾ ਦੇਣਾ ਸੀਗਾ ਜਿਨ੍ਹਾਂ ਦੇ ਦੇਣੇ ਆ ਉਹ ਘਰੇ ਆ ਕੇ ਗੇੜੇ ਕੱਢਦੇ ਆ। ਬਹੁਤ ਪਰੇਸ਼ਾਨੀ ਵਾਲਾ ਕੰਮ ਹੈ ਜੀ, ਕੰਮ ਤਾਂ ਬੰਦ ਹੈ ਹੀ ਹੈ, ਪਰੇਸ਼ਾਨੀ ਉੱਪਰੋਂ ਹੋਰ ਜ਼ਿਆਦਾ ਵਾ। ਪ੍ਰਸ਼ਾਸਨ ਤੇ ਸਰਕਾਰ ਦਾ ਕੀ ਰਸਤੇ ਹੈ? ਸਰ ਮੈਂ ਨਾਮ ਨਹੀਂ ਲਵਾਂਗਾ ਜੀ, ਅਸੀਂ ਕਿਸੇ ਵੱਡੇ ਅਫਸਰ ਕੋਲ ਬੈਠੇ ਸੀਗੇ ਮੌਕੇ ਤੇ, ਅਸੀਂ ਉਹਨਾਂ ਨੂੰ ਸਾਰੀ ਤਕਲੀਫ ਦੱਸੀ, ਉਹਨਾਂ ਨੇ ਸੁਣੀ, ਬਹੁਤ ਵਧੀਆ ਗੱਲ ਵੀ ਕੀਤੀ, ਸਾਰਾ ਹੱਲ ਵੀ ਦੱਸਿਆ। ਉਹ ਕਹਿੰਦੇ ਤੁਸੀਂ ਇੱਕ ਬੰਦਾ ਇਕੱਲਾ ਆਪਣੀ ਕੰਪਲੇਂਟ ਲਿਖਾਓ, ਅਸੀਂ ਕਾਰਵਾਈ ਕਰਾਂਗੇ। ਬਟ ਜਿਵੇਂ ਇੱਕ ਜਰਨਲ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਭਾਈਬੰਦੀ ਨਾਤੇ, ਕਹਿੰਦੇ ਜਦੋਂ ਦਾ ਵਪਾਰ ਚੱਲਦਾ ਆ ਰਿਹਾ, ਇਹ ਵਪਾਰ ਦਾ ਸਿਸਟਮ ਹੈ, ਪੈਸੇ ਤਾਂ ਮਰਦੇ ਹੀ ਰਹਿੰਦੇ। ਜਦੋਂ ਉਹਨਾਂ ਨੇ ਇਹ ਗੱਲ ਕਹੀ ਨਾ, ਆਪਣਾ ਮਨ ਇੰਨਾ ਟੁੱਟ ਗਿਆ ਭਾਜੀ, ਆਪਾਂ ਉੱਥੋਂ ਉੱਠ ਕੇ ਕੁਰਸੀ ਤੋਂ ਬਾਹਰ ਆ ਗਏ ਦਫ਼ਤਰ 'ਚੋਂ। ਮਤਲਬ ਕਿ ਜੇ ਵਪਾਰ ਕਰਨਾ, ਪੈਸੇ ਮਰਵਾਉਣੇ, ਫਿਰ ਵਪਾਰ ਕਾਹਦੇ ਲਈ ਕਰਨਾ ਜੀ? ਆਪਾਂ ਪੈਸੇ ਮਰਵਾਉਣ ਵਾਸਤੇ ਵਪਾਰ ਕਰਦੇ ਆ। ਜੇ ਤੁਸੀਂ ਬੈਠੇ ਹੋ ਸੀਟ ਤੇ, ਐਡਾ ਵੱਡਾ ਅਫਸਰ ਸੀਟ ਤੇ ਬੈਠਾ ਜੇ ਇਹ ਗੱਲ ਕਹਿ ਸਕਦਾ, ਫਿਰ ਇਹੋ ਜਿਹੇ ਠੱਗਾਂ ਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ ਠੱਗੀ ਕਰਨ ਤੋਂ ਜੀ। ਇਹ ਤਾਂ ਇਹਨਾਂ ਨੂੰ ਤਾਂ ਹੋਰ ਸ਼ੈ ਮਿਲਦੀ ਆ ਜੀ, ਕੋਰਟ ਚਲੇ ਜਾਓ ਜੀ, ਸਿਵਲ ਛੂਟ ਕਰ ਦਿਓ। ਕੋਰਟ ਦੇ ਵਿੱਚ ਕਿੰਨੇ ਸਾਲ ਲੱਗ ਜਾਂਦੇ ਆ ਜੀ ਇਹਨਾਂ ਚੀਜ਼ਾਂ ਨੂੰ। 3 ਸਾਲ ਤਾਂ ਮੈਨੂੰ, 4 ਸਾਲ ਤਾਂ ਮੈਨੂੰ ਹੋ ਗਏ ਇੱਕ ਬੰਦੇ ਦੇ ਕੇਸ ਕੀਤੇ, ਹਾਲੇ ਤੱਕ ਕੇਸ ਹੀ ਨਹੀਂ ਚਾਲੂ ਹੋਇਆ। 2 ਸਾਲ ਤਾਂ ਕਰੋਨਾ ਕਰਕੇ ਹੀ ਨਹੀਂ ਚੱਲਿਆ, ਚਲੋ ਕੋਟਾਂ ਹੀ ਬੰਦ ਸੀਗੀਆਂ। ਇਹ ਅਸੀਂ ਤਾਂ ਹੁਣ ਐਂਡ ਹਾਲ ਇਹੀ ਕੱਢਿਆ ਜੀ ਕਿ ਜਿਹੜਾ ਸਾਡਾ ਵਪਾਰ ਸੀ ਨਾ, ਹੁਣ ਜਿੱਦਾਂ ਪੁਰਾਣੇ ਬਜ਼ੁਰਗਾਂ ਨੇ ਕਰ ਲਿਆ ਜੀ। ਅਸੀਂ ਨਵੀਂ ਪੀੜ੍ਹੀ ਜਾਂ ਆਪਣੇ ਆਉਣ ਵਾਲੇ ਬੱਚਿਆਂ ਲਈ ਅਸੀਂ ਇਹ ਵਪਾਰ ਨਹੀਂ ਛੱਡ ਕੇ ਜਾਣਾ। ਤੁਸੀਂ ਮੈਨੂੰ ਨੰਬਰ ਭੇਜੋ, ਅਸੀਂ ਗੱਲਬਾਤ ਉਹਨਾਂ ਨਾਲ ਕਰ ਲੈਂਦੇ ਆ ਵੀ ਅਸਲ ਦੇ ਵਿੱਚ ਮਾਮਲਾ ਕੀ ਆ। ਹਾਂਜੀ, ਨੰਬਰ ਦੇ ਦਿਓ ਜੀ ਇਹਨਾਂ ਨੂੰ। ਨੰਬਰ ਤੁਹਾਨੂੰ WhatsApp ਕਰਤਾ ਜੀ, ਬੋਲ ਕੇ ਦੇ ਦਿਓ ਨਾ ਨੰਬਰ। ਫੋਨ ਤਾਂ ਚੱਕਦੇ ਨਹੀਂ ਕਿਸੇ ਸਰ ਜੇ ਵਧੀਆ ਨਹੀਂ ਸਰ ਜੇ ਉਹ ਤੁਹਾਨੂੰ ਆਈ ਆ। ਹਾਂਜੀ ਇਹੀ ਹੈ ਜੀ। ਸੁਨੀਲ ਗੁਪਤਾ ਨਾਮ ਹੈ। ਸੁਨੀਲ ਗੁਪਤਾ ਇਹ ਸੁਨੀਲ ਗੁਪਤਾ ਜੀ ਦਾ ਨੰਬਰ। ਤਾਂ ਅਸੀਂ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। The person you're calling is not answering. ਇਹ ਉਹਨਾਂ ਦਾ ਨੰਬਰ ਹੈ, ਅਸੀਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਆ, ਹੋਰ ਵੀ ਲਿੰਕ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸਾਡੇ ਨਾਲ ਲਿੰਕ ਹੁੰਦਾ ਤਾਂ ਵੀ ਉਹਨਾਂ ਦਾ ਵੀ ਵਰਜ਼ਨ ਆਵੇ। ਪਰ ਦੇਖ ਸਕਦੇ ਹੋ ਕਿਸੇ ਪ੍ਰਕਾਰ ਨਾਲ ਕੋਈ ਵੀ ਕਾਲ ਜਿਹੜੀ ਆ ਉਹ ਨਹੀਂ ਚੱਕੀ ਜਾ ਰਹੀ। ਤਾਂ ਬਾਈ ਜੀ ਕਾਲ ਵੀ ਨਹੀਂ ਚੱਕੀ ਜਾ ਰਹੀ, ਕੁਝ ਵੀ ਨਹੀਂ ਹੋ ਰਿਹਾ। ਤੇ ਕਿੱਦਾਂ, ਜਿਵੇਂ ਤੁਸੀਂ ਪੈਸੇ ਕਈ ਵਾਰੀ ਲੈਣ ਜਾਂਦੇ ਹੋ, ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਹੋਏਗਾ, ਘਰੇ ਜਾਂਦੇ ਹੋਗੇ ਘਰੇ ਨਹੀਂ ਮਿਲਦੇ ਹੋਣਗੇ? ਸਰ ਪਹਿਲਾਂ ਤਾਂ ਬਹੁਤ ਧੰਨਵਾਦ ਡੇਲੀ ਪੋਸਟ ਪੰਜਾਬੀ ਦਾ, ਜਿਨ੍ਹਾਂ ਨੇ ਕਿ ਸਾਡੀ ਆਵਾਜ਼ ਨੂੰ ਬੁਲੰਦ ਕਰਨ ਲਈ ਸਾਡੇ ਵਿੱਚ ਆ ਕੇ ਸਾਡੀ ਬਹੁਤ ਮਦਦ ਕੀਤੀ ਆ। ਤੁਹਾਡੇ ਜਰੀਏ ਮੈਂ ਉਹਨਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿ ਉਹਨਾਂ ਨੇ ਪਿੱਛੇ ਜੇ ਗੱਲ ਕਹੀ ਕਿ ਲੁਧਿਆਣਾ ਸਕ੍ਰੈਪ ਐਸੋਸੀਏਸ਼ਨ ਦਾ ਪ੍ਰਧਾਨ ਬਲੈਕਮੇਲਰ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਕਿਸ ਬਿਹਾਫ ਤੇ ਬਲੇਮ ਲਾਇਆ? ਪ੍ਰਧਾਨ ਨੇ ਕਿਸੇ ਦੇ ਪੈਸੇ ਦੇਣੇ ਨੇ, ਪ੍ਰਧਾਨ ਸਾਹਿਬ ਨਾਲ ਉਹਨਾਂ ਦਾ ਕੋਈ ਲੈਣ ਦੇਣ ਹੈਗਾ, ਜਦ ਕਿ ਉਹ ਸਾਰੇ ਬਾਜ਼ਾਰ ਦੇ ਡਿਫਾਲਟਰ ਨੇ। ਆਪ ਡਿਫਾਲਟਰ ਹੋਣ ਦੇ ਬਾਵਜੂਦ ਪ੍ਰਧਾਨ ਨੂੰ ਬਲੈਕਮੇਲ ਕਰ ਰਹੇ ਨੇ, ਕਹਿੰਦੇ ਬਲੈਕਮੇਲਰ। ਕਦੇ ਪ੍ਰਧਾਨ ਜੀ ਨਾਲ ਕੋਈ ਲੈਣ ਦੇਣ ਕੀਤਾ ਉਹਨਾਂ ਨੇ? ਮੈਂ ਚਾਹੁੰਦਾ ਕਿ ਉਹ ਸਕਰੀਨ 'ਤੇ ਆ ਕੇ ਮੇਰਾ ਡਿਬੇਟ ਕਰਨ, ਮੈਨੂੰ ਜਵਾਬ ਦੇਣ ਇਸ ਗੱਲ ਦਾ ਕਿ ਕੀ ਉਹਨਾਂ ਨਾਲ ਪ੍ਰਧਾਨ ਸਾਹਿਬ ਨਾਲ ਕੋਈ ਲੈਣ ਦੇਣ ਹੋਇਆ ਜ਼ਿਕਰ, ਜਿਨ੍ਹਾਂ ਦੇ ਤੁਸੀਂ ਪੈਸੇ ਦੇਣੇ ਆ, ਪੈਸੇ ਮਾਰ ਕੇ ਤੁਸੀਂ ਬੈਠੇ ਹੋ। ਆਪਣੇ ਆਪ ਨੂੰ ਬਚਾਉਣ ਦੀ ਖਾਤਰ ਤੁਸੀਂ ਝੂਠੀ ਕੰਪਲੇਂਟ ਪ੍ਰਧਾਨ ਜੀ ਦੇ ਖਿਲਾਫ ਕਰ ਰਹੇ ਹੋ। ਉਹ ਇਹ ਮੰਨ ਰਹੇ ਆ ਪੈਸੇ ਦੇਣੇ ਕਿ ਨਹੀਂ? ਇਹ ਗੱਲ ਮੰਨ ਰਹੇ ਕਿ ਨਹੀਂ? ਸਰ ਉਹ ਮੰਨਣ ਜਾਂ ਨਾ ਮੰਨਣ, ਜਦ GST ਕਲੇਮ ਕੀਤਾ ਹੋਇਆ ਉਹਨਾਂ ਨੇ, ਬਿੱਲ ਉਹਨਾਂ ਨੂੰ ਗਏ ਹੋਏ, ਮਟੀਰੀਅਲ ਗਿਆ ਹੋਇਆ, ਉਹਨਾਂ ਦੀ ਪਹੁੰਚਾਂ ਸਾਡੇ ਕੋਲ ਹੈਗੀਆਂ ਨੇ, ਉਹ ਮੰਨਣ ਜਾਂ ਮੰਨਣ ਸਬੂਤ ਸਾਡੇ ਕੋਲ ਨੇ ਕਿ ਮਾਲ ਸਾਡੇ ਡਿਸਪੈਚ ਹੋਏ ਨੇ, ਸਟੇਟਮੈਂਟ ਹੈਗੇ, ਉਹਨਾਂ ਦੇ ਪੇਮੈਂਟ ਆਈਆਂ ਹੋਈਆਂ ਨੇ ਉਹਨਾਂ ਦੀਆਂ। ਕਹਿੰਦੇ ਵੀ GST ਨਹੀਂ ਦਿੱਤਾ, ਦੂਜੇ ਪਾਸੇ GST ਕਲੇਮ ਵੀ ਕੀਤਾ ਹੈ। ਸਰ ਜਦ ਸਾਡੀ ਫਰਮ ਚੱਲ ਰਹੀ ਹੈ, ਸਾਡੇ GST ਨੰਬਰ ਐਕਟੀਵੇਟ ਨੇ, ਜੇ ਅਸੀਂ ਰਿਟਰਨ ਨਹੀਂ ਭਰਾਂਗੇ ਸਾਡੇ GST ਨੰਬਰ ਤਾਂ ਸਾਡੇ ਬਲੌਕ ਹੋ ਜਾਣਗੇ। ਫਿਰ ਉਹਨਾਂ ਨੇ ਕਿੱਦਾਂ ਕਲੇਮ ਕਰ ਲਿਆ? ਅੱਜ ਪੈਸੇ ਦੇਣ ਦੀ ਵਾਰੀ ਆ ਰਹੀ ਹੈ ਤੇ ਉਹਨਾਂ ਨੂੰ GST ਯਾਦ ਆ ਰਿਹਾ। ਜਦੋਂ ਮਾਲ ਲੈ ਰਹੇ ਸੀ ਉਸ ਟਾਈਮ GST ਦਾ ਪਤਾ ਨਹੀਂ GST ਕਲੇਮ ਕਰਨਾ ਜਾਂ ਨਹੀਂ ਕਰਨਾ। ਇਹ ਬਿਲਕੁਲ ਬੇਬੁਨਿਆਦ ਬਲੇਮ ਆ ਉਹਨਾਂ ਦਾ, ਸਰਾਸਰ ਚਿੱਟਾ ਝੂਠ ਬੋਲ ਰਹੇ ਨੇ। ਉਹ ਸਿਰਫ ਉਹਨਾਂ ਦੀ ਨੀਤ ਮਾੜੀ ਹੋ ਰਹੀ ਆ ਤੇ ਪੈਸੇ ਨਾ ਦੇਣ ਦੀ ਖਾਤਰ ਉਹ ਇਸ ਗੱਲ ਨੂੰ ਮੁੱਦਾ ਬਣਾ ਰਹੇ ਨੇ। ਅਸੀਂ ਪੂਰਜ਼ੋਰ ਉਹਨਾਂ ਦਾ ਵਿਰੋਧ ਕਰ ਰਹੇ ਹਾਂ। ਜੇ ਉਹਨਾਂ ਨੇ ਆਪਣੀ ਇਸ ਗੱਲ ਤੇ ਮਾਫੀ ਨਾ ਮੰਗੀ ਜਾਂ ਉਹਨਾਂ ਨੇ ਆਪਣੀ ਗਲਤੀ ਐਕਸੈਪਟ ਨਾ ਕੀਤੀ
ਅਸੀਂ ਸੜਕਾਂ 'ਤੇ ਵੀ ਧਰਨਾ ਦੇਵਾਂਗੇ, ਵਪਾਰ ਵੀ ਬੰਦ ਕਰਾਂਗੇ, ਹੋ ਸਕਦਾ ਉਹਨਾਂ ਦੀ ਕੋਠੀ ਦੇ ਬਾਹਰ ਜਾ ਕੇ ਵੀ ਧਰਨਾ ਦੇਵਾਂਗੇ। ਇਹ ਉਹਨਾਂ ਨੂੰ ਪ੍ਰਧਾਨ ਜੀ ਦੇ ਖਿਲਾਫ ਜੋ ਬਿਆਨਬਾਜ਼ੀ ਉਹਨਾਂ ਨੇ ਕੀਤੀ ਉਹਨਾਂ ਨੂੰ ਵਾਪਸ ਲੈਣੀ ਪੈਣੀ ਆ। ਤੁਹਾਡੇ ਜਰੀਏ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ। ਬਿਆਨਬਾਜ਼ੀ ਤੇ ਤਾਂ ਆਪਾਂ ਗੱਲ ਬਾਅਦ ਚੋਂ ਆਉਂਦੇ ਆ, ਪਰ ਗੱਲ ਇਹ ਹੈ ਵੀ ਲੋਕਾਂ ਦਾ ਨੁਕਸਾਨ ਬਹੁਤ ਹੋਇਆ, ਪੈਸੇ ਬਹੁਤ ਗਏ ਨੇ, ਉਸ ਤੇ ਵਿਚਾਰ ਕਰਦੇ ਆ, ਉਸ ਤੇ ਗੱਲ ਹੁਣ ਕਰਦੇ ਆ। ਸਰ ਪੈਸੇ ਤਾਂ ਲੋਕਾਂ ਨੇ ਲੈਣੇ ਨੇ ਜੀ, ਜਿਨ੍ਹਾਂ ਦੇ ਹੈਗੇ ਨੇ। ਹੁਣ ਉਹਨਾਂ ਦੀ ਆਪਣੀ ਸੋਚ ਨੀਂਦ ਆ ਰਹੀ ਹੈ, ਇਹ ਜਿਹੜੇ ਵਪਾਰੀ ਮੈਂ ਦੇਖ ਰਿਹਾ ਵੀ ਐਡੇ ਵੱਡੇ ਵਪਾਰੀ ਆ, ਵੀ ਕਿਸੇ ਨੂੰ ਨੀਂਦ ਆ ਰਹੀ ਆ, ਅੱਖਾਂ ਦੇ ਵਿੱਚ ਪਤਾ ਲੱਗ ਰਿਹਾ। ਸਰ ਸਾਰੇ ਪਰੇਸ਼ਾਨ ਨੇ ਜੀ, ਬੰਦੇ ਸਾਰੇ ਘਰੋਂ ਅਪਸੈਟ ਨੇ, ਆਪਣੇ ਪੈਸੇ ਦੀ ਵਿਆਜ ਦੇ ਰਹੇ ਹਾਂ ਕੰਮ ਬੰਦ ਕਰਕੇ ਬੈਠੇ ਅਸੀਂ ਨੇ। ਆਪਣੇ ਪੈਸੇ ਦੀ ਵਿਆਜ ਦੇ ਰਹੇ ਤੁਸੀਂ ਇਹ ਦੇਖੋ ਬੜਾ ਵਧੀਆ ਕੰਮ ਹੈ ਵਾਈਟ ਕਾਲਰ ਫਰਾਡ ਦਾ। ਤੁਸੀਂ ਮਾਲ ਲੈ ਲਓ, ਆਈਦਰ ਯੂ ਇਸ਼ੂ ਅ ਚੈੱਕ ਜਾਂ ਆਰਟੀਜੀਐਸ ਕਰਾਂਗੇ ਜੀ, 2 ਵਰਡਸ ਨੇ, ਹੋਰ ਕੋਈ ਵਰਡ ਨਹੀਂ। ਜੇ ਤੁਸੀਂ ਚੈੱਕ ਦਿੰਦੇ ਹੋ, ਚੈੱਕ ਬਾਉਂਸ ਹੋ ਜਾਂਦਾ, ਦੇ ਗੋ ਟੂ ਦਾ ਕੋਰਟ ਐਂਡ ਦੇ ਟੈਲ ਦਾ ਕੋਰਟ ਕਿ ਇਹ ਹੈਗਾ ਜੀ ਸਿਕਿਉਰਿਟੀ ਚੈੱਕ ਹੈ। ਵਕੀਲ ਰੱਖਿਆ ਹੋਇਆ, ਸਾਡੇ ਪੈਸਿਆਂ ਦੇ ਵਕੀਲ ਸਾਡੇ ਤੇ ਲਾਏ ਜਾਂਦੇ ਨੇ। ਉਹ ਕਹਿੰਦੇ ਨੇ ਸਿਵਲ ਸੂਟ ਫਾਈਲ ਕਰਾ, ਤੁਹਾਡਾ ਮਾਲ ਖਰਾਬ ਹੈ। ਜਾ ਕੇ ਉੱਥੇ ਪੁੱਛਿਆ ਜਾਵੇ ਕਿਹੜਾ ਮਾਲ ਖਰਾਬ ਹੈ। ਮਾਲ ਤਾਂ ਗਲਾ ਕੇ ਜੇ ਹਲੇ ਭੱਠੀ 'ਚ ਪੈ ਕੇ ਹਲੇ ਹੀਟ ਵੀ ਨਹੀਂ ਆਉਂਦੀ, ਇਹਨਾਂ ਦੇ ਪੈਸੇ ਪਹੁੰਚ ਜਾਂਦੇ ਨੇ। ਸਾਡੇ ਤਾਂ 15 ਦਿਨ 20 ਦਿਨ ਪੈਸੇ ਹੀ ਨਹੀਂ ਆਉਂਦੇ। ਇਹ ਵਪਾਰ ਕਾਹਦਾ ਹੋਇਆ ਜੀ? ਇਸੇ ਲਈ ਨਾ ਸਰ ਅਸੀਂ ਨਾ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਨਾ ਇੱਕ ਬਹੁਤ ਵੱਡਾ ਸਟੈਪ ਲੈਣ ਲੱਗੇ ਦੀਵਾਲੀਆਂ ਬਾਅਦ। ਜਿਵੇਂ ਹੁਣ ਅੱਜ ਅਸੀਂ ਇਸ ਬੰਦੇ ਵਾਸਤੇ ਖੜੇ ਆ, 3 ਸਾਲ ਤੋਂ 5-6 ਬੰਦੇ ਕਰ ਚੁੱਕੇ ਆ। ਕਈ ਵਾਰੀ ਹਿੰਮਤ ਕੀਤੀ ਕਿਸੇ ਨੇ, ਕਈ ਵਾਰੀ ਨਹੀਂ। ਅਸੀਂ 2019 'ਚ ਇੱਕ ਵਾਰੀ ਇੱਦਾਂ ਹੀ ਹਿੰਮਤ ਕੀਤੀ ਸੀ, ਪਰ ਸਾਡੀ ਉਹ ਹਿੰਮਤ ਕਾਮਯਾਬ ਨਹੀਂ ਹੋਈ। ਉਦੋਂ ਵੀ ਪੁਲਿਸ ਦੇ ਚੱਕਰ 'ਚ ਉਲਝਾ ਲਿਆ ਸੀ ਸਾਨੂੰ ਇਹਨਾਂ ਨੇ। ਉਹ ਭੁਪਿੰਦਰਾ ਲਾਏ ਸੀਗੀ ਓਮੇਗਾ ਰੀਸਾਈਕਲਿੰਗ, ਮਤਲਬ ਫਰਮਾ ਇੱਕੋ ਹੀ ਸੀ ਕਿ ਨਾਮ 2 ਸੀਗੇ। ਉਦੋਂ ਵੀ ਸਾਨੂੰ ਉਲਝਾ ਲਿਆ ਸੀ, ਉਦੋਂ ਵੀ ਬਹਿ ਗਏ ਸੀ ਚੁੱਪ ਕਰਕੇ। ਹੁਣ ਅਸੀਂ ਇਸੇ ਕਰਕੇ ਡਿਸੀਜਨ ਲਿਆ ਕਿ ਰੋਜ਼ ਦਿਹਾੜੀ ਦੇ ਪੰਗਿਆਂ ਕਰਕੇ ਇਹ ਤਾਂ ਜਿਹੜਾ ਚੱਲੀ ਫਾਈਟ ਸਾਡੀ, ਇਹ ਤਾਂ ਅਸੀਂ ਨਹੀਂ ਛੱਡਣੀ। ਇਹ ਤਾਂ ਜਿਵੇਂ ਵੀਰ ਜੀ ਨੇ ਕਿਹਾ, ਚਾਹੇ ਸੜਕ ਤੇ ਆਈਏ, ਚਾਹੇ ਵਪਾਰ ਬੰਦ ਕਰੀਏ, ਕੁਝ ਵੀ ਕਰਾਂਗੇ। ਲੇਕਿਨ ਅਸੀਂ ਦੀਵਾਲੀਓਂ ਬਾਅਦ ਲੁਧਿਆਣੇ ਸ਼ਹਿਰ ਦਾ, ਬਾਕੀਆਂ ਦਾ ਸਾਨੂੰ ਨਹੀਂ ਪਤਾ, ਲੁਧਿਆਣੇ ਸ਼ਹਿਰ ਦੀ ਸਕ੍ਰੈਪ ਸੇਮ ਡੇ ਪੈਸਿਆਂ ਦੇ ਵਿਕੂਗੀ। ਜਿਹੜਾ ਬੰਦਾ ਪੈਸੇ ਦੇਊਗਾ ਉਹਨੂੰ ਮਿਲੂਗੀ, ਨਹੀਂ ਦੇਊਗਾ ਅਸੀਂ ਆਪਣੇ ਗੁਦਾਮਾਂ 'ਚ ਸੁੱਟ ਲਾਂਗੇ। ਵਿਆਜਾਂ ਅਸੀਂ ਬੈਂਕਾਂ ਦੀ ਭਰਨੀਆਂ, ਅਸੀਂ ਆਪਣੇ ਅੰਦਰ ਮਾਰ ਰੱਖਾਂਗੇ। ਅਸੀਂ ਉਧਾਰ ਮਾਲ ਨਹੀਂ ਦੇਣਾ ਕਿਸੇ ਨੂੰ ਵੀ, ਲੁਧਿਆਣੇ 'ਚ ਕਿਸੇ ਫਰਨਸ ਨੂੰ ਨਹੀਂ ਦੇਣਾ। ਇੱਕ ਫਰਨਸ ਜਿਹੜੀ ਮਰਜ਼ੀ ਆਈਟਮ ਸੁਣ ਰਹੀ ਹੋਵੇ, ਕਿਸੇ ਨੂੰ ਕਿਲੋ ਮਾਲ ਉਧਾਰ ਨਹੀਂ ਦਿੱਤਾ ਜਾਏਗਾ। ਇਸ ਚੀਜ਼ ਸਿੱਧਾ ਤੁਸੀਂ ਹੁਣ ਐਲਾਨ ਕਰ ਰਹੇ ਹੋ ਸਰ, ਕੀ ਕਰੀਏ ਹੁਣ? ਤੁਸੀਂ ਦੇਖੋ ਵੀ ਅਸੀਂ ਕਿੰਨਾ ਉਦੋਂ ਕੱਟ ਕੀਤਾ ਕਚਹਿਰੀ, ਤੁਹਾਡੇ ਮੇਰੇ ਖਿਆਲ ਸੀਗੇ ਉੱਥੇ ਵੀ, ਪ੍ਰੈਸ ਵਾਲੇ ਕਿੰਨੇ ਹੀ ਸੀਗੇ। ਕਿਸੇ ਤਰ੍ਹਾਂ ਦਾ 3 ਦਿਨ ਹੋ ਗਏ ਆ, ਕਿਸੇ ਵੀ ਵੱਡੇ ਬੰਦੇ ਦਾ, ਕਿਸੇ ਲੀਡਰ ਦਾ, ਕਿਸੇ ਅਫਸਰ ਦਾ, ਮੈਂ ਕਹਿੰਦਾ ਸਾਰੀ ਦੁਨੀਆ ਨੇ ਵੀਡੀਓਜ਼ ਦੇਖੀਆਂ ਹੋਣੀਆਂ, ਅੱਜ ਤੱਕ ਕਿਸੇ ਨੇ ਅਪਰੋਚ ਨਹੀਂ ਕੀਤੀ। ਯਾਰ ਸਾਨੂੰ ਦੁੱਖ ਦੱਸੋ ਕੀ ਆ, ਅਸੀਂ ਤੁਹਾਡੇ ਨਾਲ ਖੜੇ ਆ, ਕਿੱਥੇ ਜਾਈਏ ਦੱਸੋ? ਅਸੀਂ ਕਿੱਥੇ ਜਾਈਏ, ਕਿਹਨੂੰ ਕਹੀਏ ਜਾ ਕੇ? ਕੋਰਟ 'ਚ ਸਿਰਫ ਕੇਸ ਕਰਕੇ ਘਰ ਭੇਜੀਏ, ਉਹਦੇ ਨਾਲ ਪੈਸੇ ਆ ਜਾਣਗੇ। 5 ਸਾਲ ਲੱਗਣ, 10 ਸਾਲ ਲੱਗਣ, ਕਿੰਨੇ ਸਾਲ ਲੱਗਦੇ ਆ ਭਾਈ ਸਾਹਿਬ ਜਿਵੇਂ ਡਿਪਰੈਸ਼ਨ 'ਚ ਫਿਰਦੇ, ਰੱਬ ਨਾ ਕਰੇ ਕੁਝ ਹੋ ਜਾਏ। ਮੈਨੂੰ ਸ਼ਰੇਆਮ WhatsApp ਕਾਲਿੰਗ ਦਾ ਥ੍ਰੈਡ ਆਇਆ ਇਹਨਾਂ ਦਾ, ਮਰਵਾ ਦਿੰਦਾ। ਰੱਬ ਨਾ ਕਰੇ ਕੋਈ ਕਰ ਜਾਵੇ ਮੈਨੂੰ ਕੁਝ, ਫਿਰ ਕੌਣ ਮੇਰੇ ਪਰਿਵਾਰ ਨੂੰ ਕੌਣ ਪਾਲੂਗਾ ਪਿੱਛੋਂ? ਇਹਨਾਂ ਕੰਮਾਂ ਪਿੱਛੇ ਹੀ ਲੱਗੇ ਰਹਾਂਗੇ ਆਪਾਂ ਸਾਰੀ ਜ਼ਿੰਦਗੀ। ਇਸ ਕਰਕੇ ਅਸੀਂ ਵਪਾਰ ਹੀ ਹੁਣ ਲੁਧਿਆਣੇ ਚਾਹੀਦਾ ਠੱਪ ਕਰਨਾ ਪਊਗਾ ਇੱਕ ਵਾਰੀ, ਤਾਂ ਸਿਸਟਮ ਠੀਕ ਹੋਊਗਾ। ਅਸੀਂ ਬਹੁਤ ਪਰੇਸ਼ਾਨ ਆ, ਸਾਡੀ ਕੋਈ ਨਹੀਂ ਸੁਣਦਾ ਵਾ, ਕਿਸੇ ਤਰ੍ਹਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਕ ਵਪਾਰ ਨਾ ਸਿੱਧਾ ਖੜਾ ਨਹੀਂ ਹੁੰਦਾ, ਬੜੇ ਸਾਲਾਂ ਦੀ ਮਿਹਨਤ ਹੁੰਦੀ ਆ, ਬਹੁਤ ਕੁਝ ਲੱਗਦਾ ਹੈ। 15 ਸਾਲ ਲੱਗ ਜਾਂਦੇ ਵਪਾਰ ਖੜਾ ਹੋਣ ਨੂੰ, ਇੱਕ ਸੈਟਿੰਗ ਹੋਣ ਨੂੰ, ਇੱਕ ਬਿਜ਼ਨਸਮੈਨ ਬਣਨ ਨੂੰ। ਲੁਧਿਆਣੇ ਨੂੰ ਕਿਹਾ ਜਾਂਦਾ ਬਿਜ਼ਨਸਮੈਨ ਬੜੇ ਆ, ਹੱਬ ਕਿਹਾ ਜਾਂਦਾ ਸੀ ਇਹਨੂੰ, ਇੰਡਸਟਰੀ ਦਾ ਹੱਬ ਕਿਹਾ ਜਾਂਦਾ ਸੀ, ਪਰ ਹੱਬ ਲੱਗਦਾ ਖਤਮ ਨਹੀਂ ਹੋ ਗਿਆ ਇਹਨਾਂ ਗੱਲਾਂ। ਹੱਬ ਇੱਕ ਦਿਨ 'ਚ ਨਹੀਂ ਬਣਦਾ ਜੀ, ਪਾਈ ਕਰਕੇ ਹੀ ਮਟਕਾ ਭਰਦਾ, ਔਰ ਇੱਕ ਦਿਨ 'ਚ ਹੀ ਮਟਕਾ ਤੋੜ ਕੇ ਸਾਡੇ ਲੈ ਜਾਂਦੇ। ਅਸੀਂ ਕੀ ਕਰੀਏ? ਸਾਰਾ ਦਿਨ ਬੈਂਕ ਦੇ ਵਿਆਜ ਭਰੀ ਜਾਂਦੇ ਆ। ਜੋ ਤੁਸੀਂ ਗੱਲ ਕਹੀ ਹੈ, ਇੱਕ ਦਿਨ 'ਚ ਹੱਬ ਨਹੀਂ ਬਣਿਆ, ਔਰ ਇੱਕ ਦਿਨ 'ਚ ਇਹ ਖਰਾਬ ਵੀ ਹੋ ਜਾਣਾ। ਜੋ ਇਹਨਾਂ ਦੀ ਹਾਲਾਤ ਨੇ, ਜੋ ਵਪਾਰ ਦੇ ਇਹਨਾਂ ਹਾਲਾਤ ਕਰਤੇ ਆ, ਅਸੀਂ 100 ਰੁਪਈਆ ਕਰਕੇ ਕਮਾਉਂਦੇ ਆ, ਔਰ ਇਹ ਕਰਕੇ 20 30 50 ਲੱਖ ਰੁਪਏ ਕਰਕੇ ਖਤਮ ਕਰ ਦਿੰਦੇ ਇੱਕਦਮ। ਸਾਡੀ ਕੋਈ ਇਹਨਾਂ ਦੀ ਪਰਸਨਲ ਜਾਤੀ ਕੋਈ ਲੜਾਈ ਨਹੀਂ ਇਹਨਾਂ ਨਾਲ। ਅਸੀਂ ਤਾਂ ਆਪਣੇ ਪੈਸੇ ਮੰਗ ਰਹੇ ਹਾਂ, ਆਪਣਾ ਹੱਕ ਮੰਗ ਰਹੇ ਹਾਂ। ਸਾਡਾ ਹੱਕ ਦੇਣਾ ਚਾਹੀਦਾ ਇਹਨਾਂ ਨੂੰ। ਸਾਡੇ ਨਾਲ ਟੇਬਲ ਤੇ ਆਉਂਦੇ, ਨਾ ਫੋਨ ਕਰਦੇ ਆ, ਨਾ ਕੋਈ ਗੱਲ ਕਰਦੇ ਆ, ਨਾ ਕੋਈ ਬਾਤ ਕਰਦੇ ਆ। ਅਸੀਂ ਤਾਂ ਸਿਰਫ ਆਪਣੀ ਜਿਹੜੀ ਆਵਾਜ਼ ਹੈ, ਸਿਰਫ ਤੁਹਾਡੇ ਥਰੂ ਉਹਨਾਂ ਕੋਲ ਪਹੁੰਚਾਉਣਾ ਚਾਹੁੰਦੇ ਹਾਂ। ਹੋਰ ਸਾਡੀ ਕੋਈ ਪਰਸਨਲ ਲੜਾਈ ਨਹੀਂ ਉਹਨਾਂ ਨਾਲ। ਕੋਈ ਲੜਾਈ ਨਹੀਂ ਕਿਸੇ ਨਾਲ, ਕੋਈ ਰੰਜਿਸ਼ ਨਹੀਂ। ਅਸੀਂ ਘਰੋਂ ਵਪਾਰ ਕਰਨ ਆਉਂਦੇ ਹਾਂ, ਅਸੀਂ ਵਪਾਰ ਕਰਨਾ, ਅਸੀਂ ਇਹਨਾਂ ਲੋਕਾਂ ਨੇ ਅਸੀਂ ਵਪਾਰ ਕਰਨਾ, ਇਹਨਾਂ ਨੇ ਸਾਡੇ ਨਾਲ ਕਰਨਾ। ਪਰ ਜੇ ਇੱਕ ਇੱਕ ਕਰਕੇ ਸਾਡੇ ਨਾਲ ਇੱਦਾਂ ਸਾਰੇ ਟੱਕੀ ਕਰਦੇ ਤਾਂ ਖਤਮ ਹੋ ਜਾਵਾਂਗੇ। ਆਪਣੀਆਂ ਤਾਂ ਸਰ ਇਹ ਵੱਡੀਆਂ ਗੱਡੀਆਂ ਤੇ ਘੁੰਮਦੇ ਆ, ਅਸੀਂ ਵਿਚਾਰੇ ਸਕੂਟਰਾਂ ਤੇ ਛੋਟੀਆਂ ਗੱਡੀਆਂ ਤੇ ਧੱਕੇ ਖਾਂਦੇ ਆ। ਫਿਰ ਇਹ ਕਹਿੰਦੇ ਮਰਸੀਡੀਆਂ ਤੇ ਘੁੰਮ ਕੇ ਵੀ ਇਹਨਾਂ ਕੋਲ ਪੈਸੇ ਹੈ ਨਹੀਂ, ਫਿਰ ਲੱਖ ਦੀ ਲਾਨਤ ਇਹੋ ਜਿਹੀ ਕਮਾਈ ਤੇ। ਜੇ ਆਪਣੇ ਇਹੋ ਜਿਹੇ ਪੈਸੇ ਨਾਲ ਆਪਣੇ ਬੱਚੇ ਪਾਲਣਗੇ, ਸਾਡੇ ਬੱਚੇ ਕੀ ਸੋਚਣਗੇ? ਇਸ ਕਰਕੇ ਸਾਡਾ ਤਾਂ ਸਰ ਮਨ ਹੀ ਅੱਕ ਚੁੱਕਾ ਇਸ ਕੰਮ ਤੋਂ। ਕੀ ਕਹਿੰਦੇ ਕੀ ਹੈ? ਪੈਸੇ ਨਹੀਂ ਹੈਗੇ ਸਾਡੇ ਕੋਲ, ਪੈਸੇ ਨਹੀਂ ਦੇਣੇ। ਸਰ ਬਹੁਤ ਵਧੀਆ ਸੌਖਾ ਬੰਦਾ ਜੀ, ਕਰੋਨਾ ਕਾਲ 'ਚ ਘਾਟਾ ਪੈ ਗਿਆ ਜੀ। ਸਾਡਾ ਫਾਦਰ ਸਾਹਿਬ ਪੇਸ਼ੈਂਟ ਹੈ ਜੀ, ਸਾਡਾ ਉਹ ਫਲਾਣਾ ਪੇਸ਼ੈਂਟ ਹੈ ਜੀ। ਇਹੀ ਗੱਲਾਂ ਕਰਕੇ ਬਸ ਦੇਖੋ ਸਰ, ਸਭ ਤੋਂ ਵੱਡੀ ਗੱਲ ਹੈ ਜੇ ਇਹਨਾਂ ਕਰੋਨਾ ਕਾਲ 'ਚ ਘਾਟਾ ਪਿਆ, ਪੈਸਾ ਨਹੀਂ ਹੈ, ਇਹਨਾਂ ਦੀ ਬੈਲੈਂਸ ਸ਼ੀਟਾਂ ਕਢਾਓ। ਹੋ ਸਕਦਾ ਤੁਸੀਂ ਪ੍ਰੈਸਾਂ ਲਿਓ, ਤੁਸੀਂ ਇਹ ਕੰਮ ਕਰੋ, ਕਢਾਓ ਇਹਨਾਂ ਦੀਆਂ ਬੈਲੈਂਸ ਸ਼ੀਟਾਂ, ਪਤਾ ਲੱਜੂ ਕਿੰਨਾ ਇਹਨਾਂ ਨੂੰ ਘਾਟਾ ਪਿਆ, ਕੀ ਹੋਇਆ। ਇਹਨਾਂ ਦੇ ਘਰ ਜਾਓ, ਘਰ ਜਾ ਕੇ ਦੇਖੋ ਇਹਨਾਂ ਦੇ ਘਰ। ਜੋ ਮੈਂ ਨਹੀਂ ਦੇਖੀ, ਕਹਿੰਦੇ 1200 ਗਜ ਦੀ ਕੋਠੀ ਆ ਅਗਰ ਨਗਰ 'ਚ, ਦੇਖ ਲਓ ਉੱਥੇ ਕੀ ਭਾਅ ਹੋਣਾ, ਕਿੰਨੇ ਕਰੋੜ ਦੀ ਕੋਠੀ ਹੋਣੀ।
ਉਹ ਹੈਗੀਆਂ ਗੱਡੀਆਂ BMW ਮਰਸੀਡੀਜ਼ ਦੇ ਘੁੰਮਦੇ ਆ, ਕਦੀ ਕੈਨੇਡਾ, ਕਦੀ ਅਮਰੀਕਾ, ਕਦੀ ਫਲਾਣਾ, ਕਦੀ ਢਿੰਗੜਾ ਟ੍ਰਿਪ ਲਾਉਂਦੇ ਆ। ਸਾਡੇ ਪੈਸੇ ਦੇਣ ਨੂੰ ਨਹੀਂ ਹੈਗੇ ਬਸ। ਕਿਉਂ? ਕਿਉਂਕਿ ਅਸੀਂ ਕੁਝ ਕਰ ਨਹੀਂ ਸਕਦੇ। ਜੇ ਅਸੀਂ ਰੋਲਾ ਪਾਉਂਦੇ ਆ, ਪੁਲਿਸ ਕੋਲ ਉਲਝਾਤਾ, ਬਹੁਤੀ ਗੱਲ ਕੋਰਟ ਚਲੇ ਜਾਓ, ਮੁੜ ਕੇ ਬਹਿ ਜਾਓ ਘਰ ਚੁੱਪ ਕਰਕੇ। ਇਹੀ ਚੱਲ ਰਿਹਾ ਸਿਸਟਮ। ਸਾਡੀ ਬੱਸ ਹੋ ਚੁੱਕੀ ਹੈ ਜੀ। ਜਦ ਤਾਂ ਵਪਾਰ ਬੰਦ ਕਰੀਏ ਜਾਂ ਆਪਣੇ ਆਪ ਨੂੰ ਖਤਮ ਕਰੀਏ, ਹੋਰ ਕੋਈ ਹੱਲ ਹੀ ਹੈ ਨਹੀਂ ਸਾਡੇ ਕੋਲ। ਬੜਾ ਵਧੀਆ ਬਹਾਨਾ ਜੀ ਇਹਨਾਂ ਕੋਲ ਕਰੋਨਾ ਦਾ। ਕਰੋਨਾ ਕੱਲ ਲੱਗਦਾ ਆਇਆ ਹੀ ਅਰਬਪੱਤੀਆਂ ਤੇ ਆ, ਛੋਟੇ ਬੰਦਿਆਂ ਵਾਸਤੇ ਕੁਝ ਹੋਇਆ ਹੀ ਨਹੀਂ। ਸਾਰਾ ਕਰੋਨਾ ਇਹਨਾਂ ਨੂੰ ਹੀ ਖਾ ਗਿਆ, ਸਾਡੇ ਵਾਸਤੇ ਕੁਝ ਨਹੀਂ। ਸਾਰਿਆਂ ਵਾਸਤੇ ਬਰਾਬਰ ਹੀ ਮੁਸੀਬਤ ਆਈ ਹੈ ਜੀ। ਇਹਨਾਂ ਕੋਲ ਬਹਾਨੇ ਹੀ ਬਹੁਤ ਅੱਛੇ ਆ, ਦੇਣ ਪੈਸੇ। ਅਸੀਂ ਤਾਂ ਚਾਹੁੰਦੇ ਆ, ਸਾਡੀ ਕਿਹੜੀ ਕੋਈ ਨਿੱਜੀ ਦੁਸ਼ਮਣੀ ਆ ਉਹਨਾਂ ਨਾਲ। ਸਾਡੇ ਟੇਬਲ ਤੇ ਬੈਠਣ, ਜਿਵੇਂ ਸਾਡੇ ਪ੍ਰਧਾਨ ਜੀ ਕਹਿਣਗੇ, ਅਸੀਂ ਸਾਰੇ ਵਿੱਚ ਬੈਠੇ ਆ। ਜਿਵੇਂ ਸਾਰੀ ਆਪਣੀ ਸਹਿਮਤੀ ਹੋਏਗੀ, ਅਸੀਂ ਉਸ ਹਿਸਾਬ ਨਾਲ ਜਿਵੇਂ ਹੁਣ ਇਹ ਕਹਿੰਦੇ ਜੀ ਬਲੈਕਮੇਲਰ ਆ ਜੀ, ਸਾਨੂੰ ਧਮਕੀਆਂ ਦਿੰਦੇ ਆ ਜੀ। ਸਰ ਸੋਚਣ ਵਾਲੀ ਗੱਲ ਆ, ਤੁਹਾਨੂੰ ਆਹ ਬੰਦੇ ਨਜ਼ਰ ਆ ਰਹੇ ਉੱਥੇ ਖੜੇ, ਤੁਸੀਂ ਸਾਡੀ ਮਾਰਕੀਟ 'ਚ ਵੀ ਖੜੇ ਹੋ, ਤੁਸੀਂ ਇਹ ਬੰਦੇ ਦੇਖ ਰਹੇ ਹੋ, ਆਹ ਸਾਡੀ ਮਾਰਕੀਟ 'ਚ ਖੜੇ ਹੋ। ਤੁਹਾਨੂੰ ਮਾਰਕੀਟ ਦੀ ਸ਼ਕਲ ਦੇਖ ਕੇ ਸਾਡੀ ਕਿਸੇ ਸ਼ਕਲ ਨਜ਼ਰ ਆਉਂਦਾ ਅਸੀਂ ਬਲੈਕਮੇਲਰ ਆ ਜਾਂ ਬਦਮਾਸ਼ ਆ ਜਾਂ ਗੈਂਗਸਟਰ ਆ ਜਿਹੜੇ ਇਹਨਾਂ ਨੂੰ ਧਮਕੀਆਂ ਦਿੰਦੇ ਆ? ਸੋਚਣ ਵਾਲੀ ਗੱਲ ਹੈ। ਤੁਹਾਡਾ ਰੋਜ਼ ਦਾ ਕੰਮ ਹੈ, ਤੁਸੀਂ ਬੰਦੇ ਦੀ ਅੱਖ ਦੇਖ ਕੇ ਪਛਾਣ ਲੈਂਦੇ, ਜਿਵੇਂ ਪੁਲਿਸ ਦੇਖ ਕੇ ਪਛਾਣ ਲੈਂਦੀ ਨਾ ਬੰਦੇ ਨੂੰ, ਉਵੇਂ ਪ੍ਰੈਸ ਵਾਲੇ ਪਛਾਣ ਲੈਂਦੇ ਆ। ਤੁਹਾਨੂੰ ਕਿਸੇ ਐਂਗਲ ਤੋਂ ਲੱਗਦੇ ਅਸੀਂ ਬਦਮਾਸ਼ ਆ ਜਿਹੜੇ ਇਹਨਾਂ ਨੂੰ ਬਲੈਕਮੇਲਰ ਕਰ ਰਹੇ ਆ? ਕਾਹਦੀ ਬਲੈਕਮੇਲਿੰਗ ਕਰ ਰਹੇ ਆ? ਹਲੋ ਅਸੀਂ ਕੋਈ ਤੁਹਾਡੇ ਕੋਲ ਕੀ ਕਹਾਂ ਜੀ, ਹੁਣ ਪ੍ਰੈਸ ਖੜੀ ਸਾਹਮਣੇ, ਮੂੰਹ 'ਚ ਕੁਝ ਨਿਕਲ ਜਾਂਦਾ। ਮੈਂ ਇਸ ਤੋਂ ਤਾਂ ਕੁਝ ਨਹੀਂ ਕਹਿ ਸਕਦਾ ਵੀ। ਸਾਡੀ ਤਾਂ ਬੱਸ ਹੋ ਚੁੱਕੀ ਹੈ ਜੀ। ਸਾਡੀ ਜੀ ਕਿਤੇ ਆਵਾਜ਼ ਪਹੁੰਚਾ ਸਕਦੇ ਤੁਸੀਂ ਪਹੁੰਚਾਓ, ਕੋਈ ਸਾਡਾ ਹੱਥ ਫੜੇ ਆ ਕੇ। ਜ਼ਰੂਰ ਇਹ ਗੱਲ ਕਹਿਣਾ ਚਾਹਾਂਗਾ ਵੀ ਸਰਕਾਰ ਤੱਕ ਵੀ ਇਹ ਗੱਲ ਪਹੁੰਚੇ, ਵੀ ਇਹਨਾਂ ਦਾ ਜਿਹੜਾ ਦੁੱਖ ਹੈ ਪਤਾ ਲੱਗੇ, ਕਿਉਂਕਿ ਬਹੁਤ ਵੱਡਾ ਬਿਜ਼ਨਸ ਹੈ, ਛੋਟਾ ਮੋਟਾ ਵਪਾਰ ਨਹੀਂ ਹੈ। ਜੇ ਪੰਜਾਬ ਦੀ ਗੱਲ ਕਰਦੇ ਹਾਂ, ਲੁਧਿਆਣੇ ਦੀ ਗੱਲ ਕਰਦੇ ਹਾਂ, ਤਾਂ ਲੁਧਿਆਣੇ ਦਾ ਲੋਹਾ ਵਪਾਰ ਆਪ ਸਭ ਨੂੰ ਪਤਾ। ਲੋਹੇ ਵਪਾਰ ਦੇ ਵਿੱਚੋਂ ਸਕ੍ਰੈਪ ਦਾ ਇਹੋ ਜਿਹਾ ਵਪਾਰ ਹੈ ਜਿਹੜਾ ਮੇਰੇ ਹਿਸਾਬ ਨਾਲ ਲੋਹੇ ਦੇ ਵਿੱਚੋਂ ਸਭ ਤੋਂ ਵੱਡਾ ਵਪਾਰ ਹੋਏਗਾ। ਤਾਂ ਉਹ ਵਪਾਰ ਇਸ ਸਮੇਂ ਖਤਮ ਹੋਣ ਦੀ ਕਗਾਰ 'ਤੇ ਹੈ। ਖਤਮ ਹੋਣ ਦੀ ਕਗਾਰ 'ਤੇ ਕਿਉਂ ਹੈ? ਕਿਉਂਕਿ ਇੱਕ ਠੱਗੀ ਨਹੀਂ, ਲਗਾਤਾਰ ਕਈ ਸਾਲਾਂ ਤੋਂ ਇਹਨਾਂ ਨਾਲ ਠੱਗੀਆਂ ਹੋ ਰਹੀਆਂ ਨੇ। ਇਹ ਗੱਲ ਇਹਨਾਂ ਨੇ ਕਹੀ ਆ, ਅਤੇ ਬਾਅਦ 'ਚੋਂ ਪੈਸੇ ਵੀ ਇਹਨਾਂ ਦੇ ਨਹੀਂ ਮਿਲਦੇ ਹੈਗੇ, ਵਿਆਜਾਂ ਦੇ ਰਹੇ ਨੇ, ਲੋਨ ਲੈ ਰਹੇ ਨੇ। ਇੰਨਾ ਕੁਝ ਕਰਨ ਦੇ ਬਾਵਜੂਦ, ਇੰਨਾ ਵਪਾਰ ਖੜਾ ਕਰਨ ਦੇ ਬਾਵਜੂਦ ਹੀ ਇਹਨਾਂ ਨੂੰ ਲੋਨ ਚੱਕਣੇ ਪੈ ਰਹੇ ਆ, ਕਿਉਂਕਿ ਸਾਰਾ ਮਾਲ ਜਿਹੜਾ ਇਹਨਾਂ ਦੀ ਇੰਡਸਟਰੀ ਦੇ ਵਿੱਚ ਸਾਰਾ ਮਾਲ ਵੀ ਜਿਹੜਾ ਆਪ ਸਭ ਨੂੰ ਉਹ ਵੀ ਦੱਸ ਦਿੰਦੇ ਆ ਵੀ ਸਾਰਾ ਇੱਦਾਂ ਹੀ ਜਾਂਦਾ ਸੀਗਾ। ਤਾਂ ਪੈਸੇ ਜਿਹੜੇ ਆ ਉਹ ਸਾਰੇ ਬਾਅਦ 'ਚੋਂ ਹੀ ਆਉਂਦੇ ਸੀ। ਸੋ ਇਹ ਵੀ ਇਹ ਗੱਲ ਕਹਿ ਰਿਹਾ ਵੀ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ, ਸਰਕਾਰ ਵੀ ਉਸ ਵੱਲ ਜ਼ਰੂਰ ਧਿਆਨ ਦੇਵੇ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਹੋ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਗੁਰਜੋਤ ਸਿੰਘ ਦੀ ਰਿਪੋਰਟ।